ਕਿਉ ਸਚਿਆਰਾ ਹੋ ਕਿਉ ਕੂੜੈ ਟੁੱਟੈ ਪਾਰ ਕਿਉ ਕੂੜੈ ਟੁੱਟੈ ਪਾਰ ਹੁਕਮ ਰਜ਼ਾਈ ਚੱਲਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਨਕ ਲਿਖਿਆ ਨਾਨਕ ਲਿਖਿਆ ਨਾਨਕ ਲਿਖਿਆ ਨਾਲ। ਪਿਆਰੀ ਸਾਧ ਸੰਗਤ ਜੀ, ਅਸੀਂ ਸਭ ਇਹ ਵਿਚਾਰ ਚੁੱਕੇ ਹਾਂ ਕਿ ਜਦੋਂ ਤੱਕ ਇਨਸਾਨ ਆਪਣੇ ਆਪ ਨੂੰ ਬਿਮਾਰ ਨਾ ਸਮਝੇ ਉਹ ਡਾਕਟਰ ਕੋਲ ਨਹੀਂ ਜਾਂਦਾ। ਹੂ ਬਹੂ ਇਸੇ ਤਰ੍ਹਾਂ ਜਦੋਂ ਤੱਕ ਕੋਈ ਇਨਸਾਨ ਇਹ ਨਾ ਸਮਝੇ ਕਿ ਮੈਨੂੰ ਸਮਝ ਨਹੀਂ ਹੈ, ਜਦੋਂ ਤੱਕ ਇਹ ਨਾ ਸਮਝੇ ਕਿ ਮੈਂ ਲਾਚਾਰ ਹਾਂ, ਜਦੋਂ ਤੱਕ ਇਹ ਨਾ ਸਮਝੇ ਕਿ ਮੇਰੇ ਅੰਦਰ ਅਵਗੁਣ ਬਹੁਤ ਹਨ। ਬਹੁਤ ਲੋਕ ਇਹ ਸਵਾਲ ਕਰਦੇ ਨੇ ਬੜੀ ਸਿਆਣਪ ਦੇ ਨਾਲ, ਬੜੀ ਚਤਰਾਈ ਦੇ ਨਾਲ, ਧਰਮ ਕਰਮ ਦੀ ਲੋੜ ਹੀ ਕੀ ਹੈ। ਆਮ ਲੋਕਾਂ ਦਾ ਇਹ ਸਵਾਲ ਹੁੰਦਾ ਹੈ। ਕਈ ਲੋਕੀ ਕਹਿੰਦੇ ਨੇ ਰੱਬ ਕਿੱਥੇ ਆ, ਕਈ ਲੋਕੀ ਪੁੱਛਦੇ ਨੇ ਗੁਰੂ ਅਪਣਾਉਣਾ ਜ਼ਰੂਰੀ ਹੀ ਕਿਉਂ ਹੈ, ਅਤੇ ਕਈ ਲੋਕੀ ਕਹਿੰਦੇ ਨੇ ਧਰਮ ਤੇ ਮਨ ਦੀ ਗੱਲ ਹੈ ਜੀ, ਬਾਹਰੋਂ ਸੁਣੋ ਸਭ ਦੀ ਕਰੋ ਮਨ ਦੀ। ਸਾਰੀਆਂ ਗੱਲਾਂ ਦਾ ਉੱਤਰ ਇੱਥੋਂ ਹੀ ਨਿਕਲ ਕੇ ਆਉਂਦਾ ਹੈ ਕਿ ਜਦੋਂ ਤੱਕ ਮਨੁੱਖ ਆਪਣੇ ਆਪ ਨੂੰ ਅਵਗੁਣਿਆਰਾ ਭਾਵ ਉਹਦੇ ਥਾਟ ਪ੍ਰੋਸੈਸ ਵਿੱਚ ਸ਼ਾਰਟ ਕਮਿੰਗਸ ਬਾਰੇ ਰਿਅਲਾਈਜੇਸ਼ਨ ਨਹੀਂ ਹੈ ਕਿ ਮੈਂ ਵਾਈਸਿਸ ਕਰਦਾ ਹਾਂ, ਮੈਨੂੰ ਜਮਾਂ ਵਾਲੀ ਬੁੱਧੀ ਦੇ ਮੰਦੇ ਖਿਆਲ ਆਉਂਦੇ ਨੇ। ਕੋਈ ਵੀ ਆਪਣੇ ਮੋਢੇ 'ਤੇ ਹੱਥ ਰੱਖ ਕੇ ਦਮਗਜਾ ਮਾਰ ਕੇ ਨਹੀਂ ਕਹਿ ਸਕਦਾ, ਕਲੇਮ ਨਹੀਂ ਕਰ ਸਕਦਾ ਕਿ ਮੈਂ ਖਰਾ ਬੰਦਾ ਹਾਂ। ਹਰ ਕਿਸੇ ਇਨਸਾਨ ਨੂੰ ਚੰਗੇ ਅਤੇ ਮੰਦੇ ਫੁਰਨੇ ਆਉਂਦੇ ਹਨ। ਪਾਤਾਲਾਂ ਪਾਤਾਲ ਲੱਖ ਅਨੇਕਾਂ ਪਾਤਾਲਾਂ ਵਾਲੇ ਮੰਦੇ ਖਿਆਲ ਆਉਂਦੇ ਹਨ, ਚੰਗੇ ਖਿਆਲ ਵੀ ਆਉਂਦੇ ਹਨ, ਆਗਾਸ਼ਾਂ ਆਗਾਸ਼ ਆਉਂਦੇ ਹਨ। ਪਰ ਕੋਈ ਜਦੋਂ ਕਲੇਮ ਕਰਦਾ ਹੈ ਕਿ ਮੈਨੂੰ ਮੇਰੇ ਵਰਗਾ ਸ਼ਰੀਫ ਕੋਈ ਨਹੀਂ ਮਿਲਿਆ, ਮੈਂ ਬਹੁਤ ਸ਼ਰੀਫ, ਮੈਂ ਬਹੁਤ ਈਮਾਨਦਾਰ, ਮੈਂ ਧਰਮੀ, ਤਾਂ ਉਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਹੀਂ ਘਟਨਾ ਆਵੈ। ਇਹ ਪ੍ਰਤੱਖ ਪ੍ਰਮਾਣ ਹੋਏਗਾ ਜਿਹੜਾ ਆਪਣੇ ਆਪ ਨੂੰ ਸਤੋ ਗੁਣ ਦਾ ਰੋਗੀ ਆਪਣੇ ਆਪ ਨੂੰ ਟਰੂ ਜਸਟੀਫਾਈ ਕਰਨ ਦੇ ਚੱਕਰ ਵਿੱਚ ਦੂਸਰਿਆਂ ਨੂੰ ਝੂਠਾ ਸਮਝੇ ਔਰ ਆਪਣੇ ਅਵਗੁਣ ਪਛਾਣ ਹੀ ਨਾ ਸਕੇ। ਸੋ ਇਹ ਵੀ ਸਿੰਪਟਮ ਨਿਕਲ ਕੇ ਆਏਗਾ ਜਦੋਂ ਅਸੀਂ ਦੂਸਰੇ ਮਨੁੱਖਾਂ 'ਤੇ ਉਂਗਲ ਕਰਦੇ ਹਾਂ। ਮਾਨੋ ਮੈਂ ਆਪਣਾ ਅਵਗੁਣ ਜਾਂ ਤਾਂ ਪਛਾਣਦਾ ਨਹੀਂ ਹਾਂ ਜਾਂ ਆਪਣਾ ਅਵਗੁਣ ਛੁਪਾਉਣਾ ਚਾਹੁੰਦਾ ਹਾਂ। ਉਹਦੇ ਵਾਸਤੇ ਫਿਰ ਮੈਂ ਹਿਪੋਕਰੇਟ ਬਣ ਜਾਂਦਾ। ਜੋ ਮੈਂ ਅੰਦਰੋਂ ਹਾਂ ਉਹ ਮੈਂ ਬਾਹਰੋਂ ਦੱਸਣਾ ਨਹੀਂ ਚਾਹੁੰਦਾ, ਅਤੇ ਜੋ ਬਾਹਰੋਂ ਦੁਨੀਆ ਮੰਨਣਾ ਚਾਹੁੰਦੀ ਹੈ ਉਹ ਮੈਂ ਦਿਖਾਉਣਾ ਚਾਹੁੰਦਾ, ਉਹ ਮੈਂ ਅੰਦਰੋਂ ਹੈ ਨਹੀਂ। ਉਹਨੂੰ ਕਹਿੰਦੇ ਨੇ ਹਿਪੋਕ੍ਰੇਸੀ। ਉਹਨੂੰ ਕਹਿੰਦੇ ਨੇ ਸਿਮਲ ਰੁੱਖ ਵਰਗਾ। ਸਿਮਲ ਰੁੱਖ ਸਰਾਇਰਾ ਆਤ ਦੀਰਘ ਅਤ ਮੁੱਚ ਓਏ ਜੇ ਆਵੇਂ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬੱਕ ਬਕੇ ਕੰਮ ਨਾ ਆਵੇਂ ਪਤ। ਸਾਡੇ ਨੇੜੇ ਜਦੋਂ ਕਦੀ ਕੋਈ ਆਉਂਦਾ ਹੈ ਸਾਨੂੰ ਧਰਮੀ ਸਮਝ ਕੇ ਜਾਂ ਸਾਨੂੰ ਬੜਾ ਵੱਡਾ ਪੈਸੇ ਦਾ ਸ਼ਾਹ ਸਮਝ ਕੇ ਜਾਂ ਸਾਨੂੰ ਸ਼ਰੀਫ ਸਮਝ ਕੇ, ਉਹ ਜਦੋਂ ਸਾਡੇ ਨਾਲ ਬਿਹੇਵ ਸਾਡਾ ਦੇਖਦਾ ਹੈ, ਸਾਡੇ ਬਿਹੇਵ ਵਿੱਚ ਕ੍ਰੋਧ ਹੁੰਦਾ ਹੈ, ਸਾਡੇ ਵਿਵਹਾਰ ਵਿੱਚ ਨਫ਼ਰਤ ਹੁੰਦੀ ਹੈ, ਸਾਡੇ ਵਿਵਹਾਰ ਵਿੱਚ ਤੇਰ ਮੇਰ ਹੁੰਦੀ ਹੈ, ਇਸ ਤਰੀਕੇ ਦਾ ਸਭ ਕੁਝ ਉਹ ਦੇਖਦਾ, ਉਹ ਹੈਰਾਨ ਰਹਿ ਜਾਂਦਾ ਹੈ ਕਿ ਇਹ ਤਾਂ ਇਕੁਐਲਿਟੀ ਜੀਂਦੇ ਹੀ ਨਹੀਂ। ਅਸੀਂ ਜਦੋਂ ਹਿਪੋਕ੍ਰੇਸੀ ਵਾਲਾ ਜੀਵਨ ਜੀਂਦੇ ਹਾਂ ਤਾਂ ਸਾਡੇ ਨਾਲ ਇੱਕ ਗੱਲ ਹੋਰ ਵਾਪਰ ਜਾਂਦੀ ਹੈ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ
ਅਚਾਰੀ ਬੁਰੀਆਂ, ਅਚਾਰੀ ਬੁਰੀਆਂ, ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਅਚਾਰੀ ਬੁਰੀਆਂ, ਅਚਾਰੀ ਬੁਰੀਆਂ। ਮਨੁੱਖ ਸ਼ੁੱਧਾ ਕਾਲੀਆਂ, ਬਾਹਰ ਚਿਟਵੀਆਂ, ਮਨੁੱਖ ਸ਼ੁੱਧਾ ਕਾਲੀਆਂ, ਬਾਹਰ ਚਿਟਵੀਆਂ, ਗੱਲੀ ਅਸੀਂ ਚੰਗੀਆਂ, ਅਚਾਰੀ ਬੁਰੀਆਂ, ਅਚਾਰੀ ਬੁਰੀਆਂ, ਅਚਾਰੀ ਬੁਰੀਆਂ। ਸਾਡੇ ਆਚਰਣ ਵਿੱਚ ਵਿਤਕਰਾ, ਸਾਡੇ ਆਚਰਣ ਵਿੱਚ ਨਫ਼ਰਤ, ਸਾਡੇ ਆਚਰਣ ਵਿੱਚ ਤੇਰ ਮੇਰ, ਸਾਡੇ ਆਚਰਣ ਵਿੱਚ ਜਾਤ ਪਾਤ, ਸਾਡੇ ਆਚਰਣ ਵਿੱਚ ਊਚ ਨੀਚ, ਸਾਡੇ ਆਚਰਣ ਵਿੱਚ ਗਰੀਬੀ ਅਤੇ ਅਮੀਰੀ ਦਾ ਫਰਕ, ਗੋਰੇ ਕਾਲੇ ਦਾ ਫਰਕ। ਇਹ ਸਭ ਕੁਝ ਕਦੋਂ ਆਉਂਦਾ? ਜਦੋਂ ਅਸੀਂ ਦੁਬਿਧਾ 'ਚ ਹੁੰਦੇ ਹਾਂ, ਡੁਐਲਿਟੀ 'ਚ ਹੁੰਦੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਬੁਰਾ ਭਲਾ ਤਿੱਚਰ ਆਖਦਾ ਜਿੱਚਰ ਹੈ ਦੂਹੂ ਮਾਏ। ਤੂੰ ਇਹ ਸਾਰੀ ਡੁਐਲਿਟੀ ਵਾਲੀ ਗੇਮ ਖੇਡਦਾ ਖੇਡਦਾ ਆਪ ਡੁਐਲਿਟੀ ਵਾਲਾ ਬਣ ਜਾਂਦਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਜੀਵਨ ਬਰਬਾਦ ਹੋ ਜਾਂਦਾ। ਅੰਦਰੋਂ ਕੁਛ ਹੋਰ ਹੁੰਦਾ, ਬਾਹਰੋਂ ਕੁਛ ਹੋਰ ਹੁੰਦਾ। ਉਹਨੂੰ ਕਹਿੰਦੇ ਨੇ ਕਊਆ ਚਲਾ ਹੰਸ ਕੀ ਚਾਲ, ਆਪਣੀ ਚਾਲ ਵੀ ਭੁੱਲ ਗਿਆ। ਮੈਂ ਜ਼ਿੰਦਗੀ 'ਚ ਸੋਚਿਆ ਸੀ ਧਰਮ ਅਪਣਾਵਾਂਗਾ, ਮੈਂ ਜ਼ਿੰਦਗੀ 'ਚ ਸੋਚਿਆ ਸੀ ਪੈਸੇ ਕਮਾਵਾਂਗਾ, ਮੈਂ ਜ਼ਿੰਦਗੀ 'ਚ ਸੋਚਿਆ ਸੀ ਮੈਨੂੰ ਸੁੱਖ ਮਿਲੇਗਾ, ਪਰ ਮੈਨੂੰ ਸੁੱਖ ਵੀ ਨਹੀਂ ਮਿਲਿਆ। ਔਰ ਜੀਵਨ ਕੀ ਹੋ ਗਿਆ? ਮਾਇਆ ਮਿਲੀ ਨਾ ਰਾਮ। ਹੈਪੀਨੈਸ ਵੀ ਸਦਾ ਵਿਕਾਸ ਵਾਲਾ ਖੇੜਾ ਮਿਲਿਆ ਨਹੀਂ। ਔਰ ਦਿਨੋਂ ਦਿਨ ਕਰੂਪਤਾ ਵੱਲ ਵੱਧਦੇ ਗਏ। ਬਚਪਨ ਵਿੱਚ ਅਸੀਂ ਨਿਰਮਲ ਨੀਰ ਸੁੰਦਰ ਹੁੰਦੇ ਹਾਂ, ਜਿਉਂ-ਜਿਉਂ ਵੱਡੇ ਹੁੰਦੇ ਹਾਂ ਅਸੀਂ ਕੁਰੱਖਿਅਤ, ਅਸੀਂ ਬਾਂਸ, ਅਸੀਂ ਡਾਢੇ, ਅਸੀਂ ਕ੍ਰੋਧਿਤ ਅੱਖਾਂ ਵਾਲੇ, ਸਾਡੀ ਤਿਊੜੀ ਹਮੇਸ਼ਾ ਚੜ੍ਹੀ ਰਹਿੰਦੀ ਹੈ। ਇਹ ਸਾਡਾ ਕੀ ਹੋ ਜਾਂਦਾ? ਜੈਸਾ ਸਾਡਾ ਮਨ ਹੁੰਦਾ ਵੈਸਾ ਸਾਡਾ ਚਿਹਰਾ ਬਣ ਜਾਂਦਾ। ਜੋ ਜੀਏ ਹੋਏ ਸੋ ਗੋਵੇ। ਸਾਡੀ ਸੋਚਣੀ ਦਾ ਸਾਡਾ ਚਿਹਰਾ ਸ਼ੀਸ਼ਾ ਹੁੰਦਾ ਹੈ ਜਿਸ ਵਿੱਚ ਦੁਨੀਆ ਦੇਖ ਸਕਦੀ ਹੈ। ਜਿਉਂ ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੂ ਕੁਸ਼ੁੱਧਾਂ ਕਾਲੀਆਂ, ਅੰਦਰੋਂ ਅਸੀਂ ਕਾਲੇ ਹੋ ਜਾਂਦੇ, ਬਾਹਰ ਚਿਟਵੀਆਂ, ਅੰਦਰੋਂ ਬਾਹਰੋਂ ਸੇਮ ਨਹੀਂ ਹੁੰਦੇ। ਫਿਰ ਸਾਡੇ ਦਿਖਾਵੇ ਸ਼ੁਰੂ ਹੁੰਦੇ ਨੇ। ਘਰ ਦੇ ਬੱਚੇ ਭੁੱਖੇ ਮਰਦੇ, ਲੰਗਰ ਲਾਇਆ ਕੀ ਬਣਦਾ ਹੈ? ਮਨ ਦੇ ਅਸੀਂ ਕਾਲੇ, ਚਿੱਟੇ ਕੱਪੜੇ ਪਾਇਆ ਕੀ ਬਣਦਾ ਹੈ? ਇਹ ਸਾਰੀਆਂ ਗੱਲਾਂ ਸਾਡੇ 'ਤੇ ਵਾਪਰਦੀਆਂ ਜਾਂਦੀਆਂ। ਜੀਉ ਮੈਲੇ ਬਾਹਰੋਂ ਨਿਰਮਲ ਹੋ ਜਾਂਦੇ ਹਾਂ। ਜਦੋਂ ਦੂਸਰਿਆਂ ਦੇ ਨੁਕਸ ਕੱਢ ਰਹੇ ਹਾਂ, ਦੂਸਰਿਆਂ 'ਤੇ ਬਲੇਮ ਲਗਾ ਰਹੇ ਹਾਂ, ਆਪਣੇ ਬਾਰੇ ਪਤਾ ਨਹੀਂ ਹੈ। ਜਿਸ ਇਨਸਾਨ ਨੂੰ ਆਪਣੇ ਬਾਰੇ ਖਿਆਲ ਆ ਜਾਏ ਮੇਰੇ ਅਵਗੁਣ ਹਨ, ਉਹ ਇਨਸਾਨ ਆਪਣੇ ਅਵਗੁਣਾਂ ਤੋਂ ਛੁੱਟਣਾ ਚਾਹੁੰਦਾ ਹੈ, ਕਿਉਂਕਿ ਅਵਗੁਣਾਂ ਦੇ ਕਾਰਨ ਉਸ ਨੂੰ ਖੁਆਰੀ ਨਜ਼ਰ ਆਉਂਦੀ ਹੈ। ਇਸ ਨੂੰ ਧਰਮ ਖੰਡ ਕਹਿੰਦੇ ਹਨ। ਜੋ ਇਨਸਾਨ ਪੁੱਛਦਾ ਧਰਮ ਦੀ ਕੀ ਲੋੜ ਹੈ, ਗੁਰੂ ਨੂੰ ਅਪਣਾਉਣ ਦੀ ਕੀ ਲੋੜ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਉਹ ਜੀ ਮਨ ਸਾਫ਼ ਹੋਣਾ ਚਾਹੀਦਾ, ਸ਼ਰਾਬ ਪੀ ਲਓ, ਮਨ ਸਾਫ਼ ਹੋਣਾ ਚਾਹੀਦਾ, ਇਹ ਕਰ ਲਓ, ਉਹ ਕਰ ਲਓ, ਸਭ ਕੁਛ ਲੋਕ ਹੀ ਕਰੀ ਜਾਂਦੇ ਨੇ। ਆਨਸਰ ਸਿੱਧਾ ਹੈ, ਜੋ ਆਪਣੇ ਅਵਗੁਣਾਂ ਵੱਲ ਝਾਤੀ ਨਹੀਂ ਮਾਰਦਾ ਉਹ ਧਰਮ ਦਾ ਰਸਤਾ ਫੜਨਾ ਨਹੀਂ ਚਾਹੁੰਦਾ। ਜਿਸ ਨੂੰ ਆਪਣੇ ਅਵਗੁਣਾਂ ਦੇ ਨਾਲ ਕੰਡਾ ਚੁੱਭਣਾ ਦਿਸ ਪਿਆ, ਪੇਨ ਫੀਲ ਹੋਣੀ ਸ਼ੁਰੂ ਹੋ ਗਈ। ਜੋ ਇਨਸਾਨ ਜਿੱਥੋਂ ਮਰਜ਼ੀ ਕਿਸੇ ਦਾ ਅਵਗੁਣ ਲੱਭ ਲਵੇ ਤਾਂ ਉਸ ਨੂੰ ਕਹਿਣਾ ਪੈਂਦਾ ਆਪਣਾ ਐਟੀਟਿਊਡ ਚੇਂਜ ਕਰੋ, ਕਿਉਂਕਿ ਅਵਗੁਣ ਲੱਭਣਾ ਸੌਖਾ ਹੈ, ਆਪਣੇ ਆਪ ਨੂੰ ਅਪਸੈਟ ਕਰਕੇ ਤੁਹਾਡਾ ਸੁਖੀ ਹੋਣਾ ਔਖਾ ਹੈ। ਸਾਡੇ ਨਾਲ ਸਭ ਨਾਲ ਵਾਪਰਦੀ ਹੈ। ਮੇਰੇ ਨਾਲ ਇਹ ਵਾਪਰਦੀ ਹੈ, ਮੈਨੂੰ ਬੁਲਾਇਆ ਨਹੀਂ ਮੈਂ ਦੁਖੀ ਹੋ ਜਾਂਦਾ, ਮੈਨੂੰ ਵਿਆਹ 'ਤੇ ਨਹੀਂ ਬੁਲਾਇਆ ਮੈਂ ਦੁਖੀ ਹੋ ਜਾਂਦਾ,
ਮੇਰੇ ਉਹਨੇ ਕਲੋਜ਼ ਸਾਰੀ ਦੁਨੀਆ ਨੂੰ ਬੁਲਾਇਆ, ਸਾਡੇ ਨਾਲ ਵਾਲਿਆਂ ਨੂੰ ਬੁਲਾਇਆ, ਜਿਨ੍ਹਾਂ ਨਾਲ ਮੈਂ ਰਿਸ਼ਤਾ ਕਰਾਇਆ ਉਹਨਾਂ ਨੂੰ ਬੁਲਾਇਆ, ਮੈਨੂੰ ਨਹੀਂ ਬੁਲਾਇਆ। ਮੈਂ ਦੁਖੀ ਹੋ ਗਿਆ। ਅੱਛਾ ਜੀ, ਮੈਨੂੰ ਬੁਲਾਇਆ ਤਾਂ ਮੈਨੂੰ ਇਹ ਹੁੰਦਾ ਮੈਨੂੰ ਸਿਰਫ ਕਾਰਡ ਦੇ ਗਏ ਨੇ, ਡਰਾਈ ਫਰੂਟ ਨਹੀਂ ਦੇ ਗਏ। ਫਿਰ ਮੈਂ ਆਪਣਾ ਰਾਹ ਲੱਭਦਾ, ਦੁਖੀ ਹੁੰਦਾ। ਮਤਲਬ ਮੈਨੂੰ ਅਵਗੁਣ ਕੱਢਣਾ ਹੈ। ਪਰ ਜੇ ਮੈਨੂੰ ਬੁਲਾਇਆ ਵੀ, ਮੈਨੂੰ ਕਾਰਡ ਵੀ ਦਿੱਤਾ, ਸਭ ਕੁਝ ਹੋਇਆ, ਮੈਂ ਉੱਥੇ ਗਿਆ, ਫਿਰ ਮੇਰੀ ਕੰਪਲੇਂਟ ਹੋਏਗੀ ਸਾਨੂੰ ਕੌਫੀ ਨਹੀਂ ਮਿਲੀ, ਮੈਨੂੰ ਆਈਸਕ੍ਰੀਮ ਨਹੀਂ ਮਿਲੀ, ਲੈਗ ਪੀਸ ਨਹੀਂ ਮਿਲਿਆ। ਬਾਣਾ ਮੈਨੂੰ ਕੋਈ ਚਾਹੀਦਾ ਹੈ। ਮੈਂ ਜਿੱਥੇ ਜਾਂਦਾ ਹਾਂ, ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ। ਇਹ ਗੁਰੂ ਸਾਹਿਬ ਬਾਣੀ ਅੰਦਰ ਕਹਿੰਦੇ ਨੇ ਇੱਲ ਦਾ ਕੰਮ ਹੈ, 1000 ਫੁੱਟ ਉੱਪਰ ਉੱਡਦੀ ਹੈ ਪਰ ਥੱਲੇ ਮੁਰਦਾਰ ਦੇਖਦੀ ਹੈ। ਮੇਰੀ ਇੱਲ ਬਿਰਤੀ ਬਣ ਗਈ। ਮੈਂ ਜਿੱਥੇ ਜਾਂਦਾ ਅਵਗੁਣ ਲੱਭ ਲੈਂਦਾ। ਅਵਗੁਣ ਲੱਭ ਕੇ ਦੂਜਿਆਂ ਨੂੰ ਮੈਂ ਐਕਿਊਜ਼ ਕਰ ਸਕਦਾ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਨੂੰ ਚੈਨ ਨਹੀਂ ਮਿਲਦਾ। ਜਿਸ ਨੂੰ ਅਵਗੁਣ ਆਪਣਾ ਸਮਝ ਆ ਜਾਏ ਔਰ ਅਵਗੁਣਾਂ ਤੋਂ ਮੈਂ ਦੁਖੀ ਹੁੰਦਾ। ਗਲਤੀ ਲੋਕ ਕਰਦੇ ਨੇ, ਦੁਖੀ ਮੈਂ ਹੁੰਦਾ। ਕ੍ਰੋਧ ਕਰਨਾ ਦੂਸਰਿਆਂ ਦੇ ਅਵਗੁਣ ਦੀ ਸਜ਼ਾ ਆਪਣੇ ਆਪ ਨੂੰ ਦੇਣਾ ਕਹਿਲਾਂਦਾ ਹੈ। ਮੈਂ ਅਵਗੁਣ ਕਰਦਾ ਔਰ ਅਵਗੁਣਾਂ ਤੋਂ ਮੈਂ ਦੁਖੀ ਹੁੰਦਾ। ਹੁਣ ਮੈਂ ਅੱਗੇ ਦੁਖੀ ਨਹੀਂ ਹੋਣਾ। ਇਸ ਅਵਸਥਾ ਨੂੰ ਧਰਮਖੰਡ ਦੀ ਅਵਸਥਾ ਕਹਿੰਦੇ ਨੇ। ਅਵਗੁਣ ਪਛਾਣਿਆ, ਅਵਗੁਣ ਤੋਂ ਆਪਣੇ ਦੁਖੀ ਹੋਣ ਦਾ ਕਾਰਨ ਲੱਭਣਾ ਚਾਹਿਆ, ਧਰਮਖੰਡ ਦੀ ਅਵਸਥਾ ਆ ਗਈ। ਸੋ ਸਾਡੇ ਘਰਾਂ ਵਿੱਚ ਜਿਹੜਾ ਇਨਸਾਨ ਕਵੇ ਨਾ ਮਨ ਸਾਫ਼ ਹੋਣਾ ਚਾਹੀਦਾ, ਧਰਮ ਅਪਣਾਉਣ ਦੀ ਲੋੜ ਕੋਈ ਨਹੀਂ ਹੈ, ਉਹ ਓਵਰ ਕੌਨਫੀਡੈਂਟ ਹੈ, ਉਹ ਆਪਣੇ ਐਟੀਟਿਊਡ ਦਾ ਪੱਕਾ ਹੈ, ਐਟੀਟਿਊਡ ਉਹਦਾ ਟਹਿੰਦੀਆਂ ਕਲਾਂ ਵਾਲਾ ਔਰ ਨੈਗੇਟਿਵ ਹੈ। ਅਸੀਂ ਜਪਜੀ ਸਾਹਿਬ ਦੀ ਇੱਕ ਇੱਕ ਪਲਸ, ਇੱਕ ਇੱਕ ਪੰਕਤੀ ਅਤੇ ਇੱਕ ਇੱਕ ਪੌੜੀ ਦੇ ਕੌਨਸੈਪਟ ਨੂੰ ਸਮਝ ਰਹੇ ਹਾਂ। ਸਚਿਆਰਾ ਕਿਵੇਂ ਬਣ ਸਕਦੇ ਹਾਂ? ਸਚਿਆਰਾ ਬਣਨ ਵਾਸਤੇ ਕੂੜ ਉਤਾਰਨੀ ਪਏਗੀ, ਕੂੜ ਪਛਾਣਨੀ ਪਏਗੀ। 38 ਪੌੜੀਆਂ ਵਿੱਚ ਕੂੜ ਨੂੰ ਰਿਕਗਨਾਈਜ਼ ਕਰਾਇਆ ਅਤੇ ਕੂੜ ਤੋਂ ਛੁੱਟਣ ਦਾ ਢੰਗ ਦੱਸਿਆ, ਅਤੇ ਕੂੜ ਤੋਂ ਛੁੱਟਣ ਤੋਂ ਬਾਅਦ ਫਾਇਦੇ ਕੀ ਹੁੰਦੇ ਨੇ, ਉਹਦੇ ਸਾਇੰਸ ਕੀ ਹੁੰਦੇ ਨੇ, ਉਹਦੇ ਚਿੰਨ੍ਹ ਕੀ ਹੁੰਦੇ ਨੇ। ਵਿਗਾਸ ਖੇੜੇ ਵਾਲਿਆਂ ਦੇ ਉਹ ਸਮਝਾਇਆ ਹੈ। ਸੋ ਧਰਮਖੰਡ ਵਿੱਚ ਜਦੋਂ ਆਇਆ, ਉਹ ਆਪਣੇ ਅਵਗੁਣਾਂ ਤੋਂ ਛੁੱਟਣ ਦੀ ਜਦੋਂ ਅਕਲ ਸੂਝ-ਬੂਝ ਮੰਗਦਾ ਹੈ, ਜਦੋਂ ਉਹ ਪੁੱਛਦਾ ਹੈ ਮੈਨੂੰ ਇਹ ਗਿਆਨ ਦਿਓ, ਤਾਂ ਗਿਆਨ ਖੰਡ ਦੀ ਅਵਸਥਾ ਕਹਿਲਾਂਦੀ ਹੈ। ਗਿਆਨ ਖੰਡ ਦੀ ਅਵਸਥਾ ਵਿੱਚ ਆਪਣੇ ਅਵਗੁਣਾਂ ਤੋਂ ਛੁੱਟਣ ਦੀ ਜਿਹੜੀ ਮੱਤ ਮੰਗੀ ਜਾਂਦੀ ਹੈ, ਜਿਹੜਾ ਗਿਆਨ ਮੰਗਿਆ ਜਾਂਦਾ ਹੈ, ਗੁਰਮਤਿ ਵਿੱਚ ਉਹਨੂੰ ਵਿਵੇਕ ਬੁੱਧੀ ਕਹਿੰਦੇ ਹਨ। ਵਿਵੇਕ ਬੁੱਧੀ ਨੂੰ ਇੰਗਲਿਸ਼ ਵਿੱਚ ਡਿਵਾਈਨ ਕਾਮਨ ਇੰਟਲੈਕਟ ਕਹਿੰਦੇ ਨੇ। ਉਹ ਕਾਮਨ ਸੈਂਸ ਜਿਹਦੇ ਨਾਲ ਮੇਰੀ ਥਰਡ ਆਈ ਖੁੱਲ੍ਹ ਜਾਏ। ਦੁਨੀਆ ਉਸ ਨੂੰ ਤੀਜਾ ਨੇਤਰ ਕਹਿੰਦੀ ਹੈ। ਗੁਰਮਤਿ 'ਚ ਉਹਨੂੰ ਕਾਮਨ ਸੈਂਸ ਕਹਿੰਦੇ ਨੇ, ਚੌਥਾ ਪਦ ਕਹਿੰਦੇ ਨੇ, ਤੁਰੀਆ ਅਵਸਥਾ ਕਹਿੰਦੇ ਨੇ, ਨਿਰਵਾਣ ਪਦ ਕਹਿੰਦੇ ਨੇ, ਪਰਮ ਪਦ ਕਹਿੰਦੇ ਨੇ, ਚੌਥਾ ਪਦ ਕਹਿੰਦੇ ਨੇ। ਇਹ ਸਾਰੀਆਂ ਗੱਲਾਂ ਦਾ ਅਰਥ ਇੱਕੋ ਹੀ ਹੈ। ਇਹ ਸਮਝ ਆ ਗਈ, ਮਨ ਦੇ ਕਪਾਟ ਖੁੱਲ੍ਹ ਗਏ। ਮਨ ਦੇ ਕਪਾਟ ਖੁੱਲ੍ਹਣ ਨੂੰ ਗੁਰਮਤਿ ਦਸਮ ਦੁਆਰ ਕਹਿੰਦੇ ਨੇ। ਮਨ ਦੇ ਕਪਾਟ ਖੁੱਲ੍ਹ ਗਏ ਔਰ ਮੈਨੂੰ ਆਪਣਾ ਅਵਗੁਣ ਸਮਝ ਆ ਗਿਆ। ਮੈਨੂੰ ਇਹ ਮੱਤ ਦਿਓ ਕਿ ਮੈਂ ਅਵਗੁਣ ਨੂੰ ਦੂਰ ਕਿਵੇਂ ਕਰਾਂ। ਉਹ ਵਿਵੇਕ ਬੁੱਧੀ, ਉਹ ਡਿਵਾਈਨ ਇੰਟਲੈਕਟ ਗਿਆਨ ਖੰਡ ਦੀ ਅਵਸਥਾ ਕਹਿਲਾਂਦੀ ਹੈ। ਗਿਆਨ ਖੰਡ ਵਿੱਚ ਜਦੋਂ ਜੋ ਕੁਝ ਦੱਸਿਆ ਗਿਆ ਕਿ ਅਵਗੁਣ ਤੇਰੇ ਇਹ ਹਨ ਅਤੇ ਇਹਨਾਂ ਅਵਗੁਣਾਂ ਤੋਂ ਛੁਟਕਾਰਾ ਇੰਝ ਪਾਈਦਾ ਹੈ, ਉਹ ਜਿਹੜਾ ਇੰਝ ਪਾਈਦਾ ਹੈ ਨਾ, ਉਹ ਵਿਧੀ ਜੁਗਤ ਜਿਹੜੀ ਦੱਸੀ ਜਾਂਦੀ ਹੈ, ਉਸ 'ਤੇ ਜਦੋਂ ਉਹ ਮਿਹਨਤ ਕਰਦਾ ਹੈ, ਇਸ ਨੂੰ ਸ਼ਰਮ ਖੰਡ ਕਹਿੰਦੇ ਹਨ। ਸ਼ਰਮ ਖੰਡ ਵਿੱਚ ਮਨੁੱਖ ਮਿਹਨਤ ਕਰਦਾ ਹੈ। ਜਦੋਂ ਜੋ ਦੱਸਿਆ ਗੁਰ ਕਿਹਾ ਸਾਕਾਰ ਕਮਾਵੋ, ਜਦੋਂ ਇਹ ਵਾਲੀ ਜੀਵਨੀ ਜੀਂਦਾ ਹੈ ਅਵਗੁਣਾਂ ਨੂੰ ਦੂਰ ਕਰਨ ਦੀ, ਇਹ ਜਰਨੀ ਹੈ, ਡੈਸਟੀਨੇਸ਼ਨ ਨਹੀਂ ਹੈ। ਕਿਸੇ ਇਨਸਾਨ ਨੂੰ ਆਪਣਾ ਲੋਭ ਠੀਕ ਕਰਨਾ ਆ ਜਾਂਦਾ, ਉਹ ਇਹਦੇ 'ਚ ਹੀ ਹੰਕਾਰਿਆ ਜਾਂਦਾ ਹੈ। ਕਿਸੇ ਨੂੰ ਆਪਣੀ ਜ਼ਬਾਨ ਠੀਕ ਕਰਨੀ ਆ ਜਾਂਦੀ, ਉਹਦੇ 'ਚ ਹੀ ਹੰਕਾਰਿਆ ਜਾਂਦਾ। ਕਿਸੇ ਨੂੰ ਆਪਣਾ ਕ੍ਰੋਧ ਕਰਨਾ ਠੀਕ ਆ ਜਾਂਦਾ, ਉਹਦੇ 'ਚ ਹੰਕਾਰਿਆ ਜਾਂਦਾ। ਗੁਰੂ ਪਾਤਸ਼ਾਹ ਕਹਿੰਦੇ ਸਨ ਸਿੱਧਾਂ ਜੋਗੀਆਂ ਨੂੰ, ਇਹ ਤੁਸੀਂ ਹੱਠ ਯੋਗ ਕਰ ਕਰਕੇ ਆਪਣੇ ਆਪ ਨੂੰ ਗ੍ਰਸਤੀ ਤੋਂ ਛੁਡਾ ਕੇ ਜੰਗਲ ਵਿੱਚ ਚਲੇ ਜਾਓ। ਆਪਣੇ ਕਾਮ ਨੂੰ ਵੀ ਤੁਸੀਂ ਕਾਬੂ ਕਰ ਲਵੋ, ਲੇਕਿਨ ਗ੍ਰਹਿ ਤਜ ਬਨ ਖੰਡ ਚਾਹੀਏ, ਚੁਣ ਖਾਈਏ ਕੰਦਾ, ਅਜੂ ਵਿਕਾਰ ਨਾ ਛੋੜੀ ਪਾਪੀ ਮਨ ਮੰਦਾ। ਇਸ ਕਰਕੇ ਤੂੰ ਕਿਹੜੀ ਕਿਹੜੀ ਆਈਟਮ ਅਚੀਵ ਕਰ ਲਈ ਆਪਣੇ ਸੁਭਾਅ 'ਚੋਂ, ਇਹਦੇ 'ਤੇ ਮਾਣ ਨਾ ਕਰ। ਸਭ ਤੋਂ ਵੱਡੀ ਗੱਲ ਸਿੱਖ, ਸਤਿਗੁਰ ਦੀ ਮੱਤ ਦੇ ਅਨੁਸਾਰ ਜੀਵਨ ਜਾਚ। ਜਦੋਂ ਜੀਵਨ ਜਾਚ ਉਸ ਤਰ੍ਹਾਂ ਜੀਣ ਲੱਗਦਾ, ਉਹਨੂੰ ਸ਼ਰਮ ਕਹਿੰਦੇ ਨੇ। ਅਸੀਂ ਇਹ ਸ਼ਰਮ ਹੀ ਕਰਦੇ ਹਾਂ
कि पहला मैं अमृत वेले उठिया करा, फिर श्रम करदिया मैं इशनान कर लवां, फिर श्रम करदिया मैं बाणी पढ़िया करा, फिर श्रम करदिया फिर असीं गुरुद्वारे आंदे हां। ये सारे श्रम ने सतगुर दी मत लैण वास्ते। जदों सतगुर दी मत लैके अपने सुभाਅ नूं ठीक करदियां उहनूं श्रम खंड कहंदे ने। वरना सारी उम्र असी कर्म कांड करते रह गए और मेरा पाखंड ना छुटिया और मेरा रोग ना छुटिया, तां ਮੈਨੂੰ एक बांदर की गल याद आई है। जंगल विच अग लग गई और अग लगे दे किनारे ते बांदर एक पेड़ तो दूजे पेड़ ते उछल के छलांगा मारिया सी, कभी इस डाल पर कभी उस डाल पर। उन्होंने जंपिंग मंकी कहते हैं। उन्होंने किसी ने पूछा की होया है, कहता मैं बहुत परेशान हाँ। की होया है? जंगल नूं अग लग गई है, तू की कर रहा है? कहता एफर्ट कर रहा। असी उसे बांदर वांगू एफर्ट करते हाँ जिसनों कर्म कांड और पाखंड कहते हैं, रिचुअल्स कहते हैं। सानू श्रम करना है अपने सुभाਅ ते, उसनों श्रम खंड कहते हैं। श्रम खंड की जिहड़ी उस कोल मत आंदी है, उस मत नूं लैके जदों वो कर्म खंड की अवस्था विच आंदा है तो कर्म का मतलब हुंदा फलसफा। रब जी कर्मी ने, रब जी जिहड़ी मत देंदे ने, रब जी का जिहड़ा फलसफा है, रब जी का जिहड़ा नज़रिया है, जिहड़ा विजन है, जिहड़ी वो इनसाइट देंदे उन्होंने कर्म कहते हैं। कर्मी दा कर्म। रब जी नदरी ने, रब जी नदरी दी नदर, नदर मीनस रब जी का नज़रिया, द वे रब जी थिंक्स। रब जी इक्वैलिटी का नज़रिया रखते हैं, असी रब जी का नज़रिया लै लईए, उन्होंने कहते हैं इनसाइट का विजन प्राप्त करना। जिसनों इनसाइट का विजन प्राप्त होता है वो अंदर के अवगुण दूर करना सीख जाता है। मेरे घर अंदर हनेरा होवे और मेरी जगह जगह गंदगी पई होवे और मनु ठुड्डे ठेले लगन, ज्यों ही लाइट जगी मनु पता लग जाता है कित्थे कित्थे प्रॉब्लम है। मैं उत्थे उत्थे रस्ता ठीक करदा और सफाइयाँ करदा और जिथे जिथे मैनू ठुड्डे लगते सी उन्होंने क्लीयर करदा। अंदर दी इनसाइट वाला विजन प्राप्त करना। हर जन देखो सतगुर नैनी, असी उस नैना नाल उस विजन नाल देखना सीखते हैं ना, वो रब जी का कर्म हुंदा है, रब जी का नदर होंदी है और रब जी की नदर सब ते होंदी है। रब जी वितकरा नहीं करते ने कि मैं हिंदू ते करनी है, मुसलमान ते नहीं करनी है, अमीर ते करनी है, गरीब ते नहीं करनी। रब जी दी सारियां वास्ते सतगुर सबना दा भला मनाइंदा। रब जी दी नज़र सब ते होंदी है, लेकिन मेरा मन रब जी दी नज़र अकॉर्डिंग अपनी नज़र जे बना लवे, उन्होंने कहते ने सतगुर की जिसनों मत आवे सो सतगुर माए समाना। जदों वो ज्ञान खंड की अवस्था विच अपनी सुरत मत बुद्ध नूं घड़दा है, ज्ञान खंड में ज्ञान प्रचंड तिथै नाद विनोद कोड आनंद श्रम खंड की बाणी रूप उन्होंने अपने अवगुणों नूं घड़दा जाता है और ठीक करता जाता है, उन्होंने नवा रूप चढ़ता जाता है। देखण विच बिल्कुल इंज ही लगता है पर उहदा अंदर दा सुभाਅ सुंदर होंदा जाता है। उन्होंने कहते हैं ये मन सुंदर अपना हर नाम मजीठै रंगरी। तिथे घाड़त कड़िए बहुत नूं ताकिया गल्लां कथियां ना जाए, जे को कह पिछे पछताए। उन्होंने जदों सच समझ आता है वो पिछे पैशन नाल टुरना शुरू कर दिंदा है। तिथे घड़िए सुरत मत मन बुद्ध, वह मन नीवा हो जाता है, सुरत मत बुद्ध उच्ची हो जाती है और वो सारा कुछ घड़ना शुरू हो जाता है, नवा बनना शुरू हो जाता है। यह जिहड़ा नवा बनता है सुरत मत बुद्ध घड़े जाना, अपने अख नख कंन नूं काबू करन दी अकल आ जाना, इसनूं गुरबाणी दुर्लभ दे कहती है। यह साडा जिहड़ा शरीर मिलिया इनू दुर्लभ दे नहीं कहती है। इनू गुरु साहब कहते हैं पशु मानस चंप लेटे अंदरों कालिया, तू पशु ही है मनुखा वाला चमड़ा बाहर लपेटिया है। जे मैं बाणी पढ़ पढ़ के सुरत मत बुद्ध और अपने ऑर्गनस नूं घड़ा सतगुर दे ब्यूटी पार्लर विच, सतगुर दे फिटनेस सेंटर विच, तां वो ज्ञान खंड श्रम खंड तो तिथे घड़िया सुरत मत मन बुद्ध, तिथे घड़िया सुरा सिंधा की सुध, उन्होंने समुंदर दे रतन जवार माणिक वर्गी सोझी हो जाती है और
ਉਹਦਾ ਜੋ ਕੁਝ ਘੜਿਆ ਜਾਂਦਾ ਹੈ ਉਹਨੂੰ ਦੁਰਲਭ ਦੇ ਕਹਿੰਦੇ ਨੇ। ਸੋ ਅਸੀਂ ਕਦੇ ਨਹੀਂ ਮੰਨਣਾ ਕਿ ਮੈਂ ਮਨੁੱਖ ਹਾਂ। ਅਸੀਂ ਸਿੱਖਣਾ ਵੀ ਆਰ ਨਾਟ ਹਿਊਮਨ ਬੀਇੰਗਸ, ਰਾਦਰ ਵੀ ਆਰ ਬਿਕਮਿੰਗ ਹਿਊਮਨਸ। ਬਾਣੀ ਪੜ੍ਹ ਕੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਅਸੀਂ ਸਿੱਖਣਾ ਹੈ ਆਪਣੇ ਅੰਦਰ ਦੀ ਦੇਹ ਨੂੰ ਪ੍ਰਾਪਤ ਕਰਨਾ ਦੁਰਲਭ ਦੇ ਕਹਿਲਾਂਦਾ ਹੈ। 184 ਲੱਖ ਜੂਨਾ ਘੁੰਮ ਕੇ ਇਹ ਵਾਲਾ ਜਿਹੜਾ ਸਰੀਰ ਮਿਲਿਆ, ਇਹਨੂੰ ਗੁਰਬਾਣੀ ਦੁਰਲਭ ਦੇ ਨਹੀਂ ਕਹਿੰਦੀ ਹੈ। ਗੁਰ ਕੈ ਸ਼ਬਦ ਬਣਾਵੋ ਇਹ ਮਨ। ਜਦੋਂ ਅਸੀਂ ਸਤਿਗੁਰ ਦੀ ਮੱਤ ਲੈ ਕੇ ਆਪਣਾ ਮਨ ਨਵਾਂ ਬਣਾਉਂਦੇ ਹਾਂ, ਜਿਹਨੂੰ ਮਨ ਨੀਵਾਂ ਕਹਿੰਦੇ ਨੇ, ਮਨ ਦੇ ਨੰਨੇ ਨੂੰ ਸਿਆਰੀ, ਮਨ ਘੜਿਆ ਗਿਆ। ਜਿਉਂ ਹੀ ਮਨ ਨੀਵਾਂ ਹੁੰਦਾ ਸੁਰਤ ਮਤ ਬਦੂਚੀ ਹੋ ਜਾਂਦੀ ਔਰ ਇਹ ਘੜੇ ਜਾਂਦੇ ਨੇ, ਦੁਰਲਭ ਦੇ ਤਾਂ ਬਣਨੀ ਸ਼ੁਰੂ ਹੁੰਦੀ ਹੈ। ਵਰਨਾ ਅਸੀਂ ਕਿਸੇ ਰਜ਼ਾ 'ਚ ਰਹਿ ਹੀ ਨਹੀਂ ਸਕਦੇ ਹਾਂ। ਸਾਨੂੰ ਜਦੋਂ ਕਦੇ ਫਰਜ਼ ਕਰੋ ਮੈਂ ਬਹੁਤ ਆਕੜਿਆ ਹੋਇਆ ਔਰ ਕਈ ਲੋਕਾਂ ਦਾ ਮੇਰੇ ਨਾਲ ਵਿਵਹਾਰ ਹੈ, ਉਹ ਜਦੋਂ ਮੈਨੂੰ ਮੇਰੀ ਰਿਸ਼ਤੇਦਾਰੀ ਵਿੱਚ ਜਾਂ ਫਰੈਂਡਸ਼ਿਪ ਵਿੱਚ ਮੈਨੂੰ ਬਰਥਡੇ 'ਤੇ ਗਿਫਟ ਦੇਣ ਆਉਣ ਔਰ ਉਹਨਾਂ ਨੂੰ ਪਤਾ ਇਹ ਆਕੜਿਆ ਆਇਆ, ਅਤੇ ਉਹ ਕਹਿਣਗੇ ਉਹਦੀ ਤਾਂ ਨੱਕ ਥੱਲੋਂ ਇਹ ਗਿਫਟ ਲੰਘੇਗਾ ਹੀ ਨਹੀਂ, ਉਹਨੂੰ ਤਾਂ ਪਰਵਾਹ ਨਹੀਂ ਹੋਏਗਾ, ਸੋ ਨੁਕਸ ਕੱਢ ਦੇਗਾ। ਇਹਦਾ ਮਤਲਬ ਉਸ ਵੇਲੇ ਜਿਹੜੀ ਮੇਰੀ ਨੱਕ ਹੈ, ਮੇਰੀ ਉਹ ਵਾਲੀ ਨੱਕ ਨੂੰ ਐਡਜਸਟਮੈਂਟ ਵਾਲੀ ਨੱਕ ਬਣਾਉਣਾ ਪਏਗਾ। ਜੇ ਮੈਂ ਦੁਨੀਆ ਨੂੰ ਦਿਖਾਉਣ ਵਾਲੀ ਨੱਕ ਰੱਖਦਾ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ, ਕਬੀਰ ਸਾਹਿਬ ਕਹਿੰਦੇ ਨੇ ਇਹ ਬਾਹਰਲੇ ਜਿਹੜੇ ਇਸ ਕਿਸਮ ਦੇ ਅੰਗ ਹੁੰਦੇ ਨੇ ਨਾ ਸਾਡੇ, ਆਕੜੀ ਗਰਦਨ, ਹੰਕਾਰ ਵਿੱਚ ਰਹਿਣਾ, ਆਪਣੀਆਂ ਅੱਖਾਂ ਨੂੰ ਦੂਜੇ ਨਾਲ ਲੈਟ ਡਾਊਨ ਕਰਨਾ, ਆਪਣੇ ਆਪ ਨੂੰ ਧਰਮੀ ਸਮਝਣਾ, ਇਹ ਵਾਲੇ ਅੰਗਾਂ ਨੂੰ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕਿਹਾ। ਉਹ ਜੋਧ ਮਹਾਬਲ ਸੂਰਮਾ ਹੁੰਦਾ ਹੈ, ਬਾਹਰ ਲੜਨ ਦੀ ਗੱਲ ਨਹੀਂ ਚੱਲ ਰਹੀ। ਉਹ ਸੁਰਤ ਮਤ ਬੁੱਧ ਨੂੰ ਘੜਦਾ ਅਤੇ ਧਰਮ ਖੰਡ ਤੋਂ ਗਿਆਨ ਖੰਡ ਤੋਂ ਸ਼ਰਮ ਖੰਡ ਤੋਂ ਕਰਮ ਖੰਡ ਤੋਂ ਸੱਚਖੰਡ ਤੱਕ ਦੀ ਅਵਸਥਾ ਪ੍ਰਾਪਤ ਕਰਦਾ ਹੈ। ਸੂਰਮੇ ਕੋਲ ਰੱਬੀ ਗੁਣਾਂ ਦਾ ਬਲ ਆ ਜਾਂਦਾ ਹੈ ਜਦੋਂ ਕਰਮ ਖੰਡ ਕੀ ਬਾਣੀ ਜ਼ੋਰ ਲੈਂਦਾ ਹੈ। ਸਾਧ ਸੰਗਤ ਜੀ, ਮੇਰੇ ਕੋਲ ਜਿਹੜੀ ਅਕਲ ਹੈ, ਮੈਂ ਪੜ੍ਹਾਈ ਕਰਕੇ ਸਿਵਲ ਇੰਜੀਨੀਅਰ ਸੀ, ਮੈਂ ਉਹਦਾ ਜ਼ੋਰ ਨਾਲ ਚੱਲਾਂਗਾ ਸਾਰੀ ਦੁਨੀਆ ਵਿੱਚ ਜਿੱਥੇ ਫਿਰਾਂਗਾ, ਮੈਂ ਬੜਾ ਇੰਜੀਨੀਅਰ ਹਾਂ, ਮੈਨੂੰ ਬੜੀ ਅਕਲ ਹੈ। ਕਈ ਲੋਕ ਕਹਿੰਦੇ ਆ ਮੇਰਾ ਨਾਮ ਭੁਪਿੰਦਰ ਸਿੰਘ, SDO ਰਿਟਾਇਰਡ, SDO ਚਿਪਕਿਆ ਹੀ ਰਿਹਾ। ਫਲਾਣਾ ਸਿੰਘ ਚੀਫ ਇੰਜੀਨੀਅਰ ਰਿਟਾਇਰਡ, ਰਿਟਾਇਰ ਹੋ ਗਏ ਲੇਕਿਨ ਉਹ ਲੇਬਲ ਲਾਈ ਰੱਖਿਆ। ਇਸ ਤਰੀਕੇ ਦੇ ਨਾਲ ਇਹਨਾਂ ਗੱਲਾਂ ਦਾ ਜ਼ੋਰ, ਕਈ ਵਾਰੀ ਅਸੀਂ ਰਾਵਲਪਿੰਡੀ ਵਾਲਿਆਂ ਕੋਲ ਬੈਠੇ ਹੋਈਏ ਨਾ, ਮੈਂ ਆਪਣੇ ਪਰਿਵਾਰ ਵਿੱਚ ਸੁਣਦਾ, ਅਸੀਂ ਰਾਵਲਪਿੰਡੀ ਬੜੇ ਅਮੀਰ ਹੁੰਦੇ ਸਾਂ। That means nothing. It doesn't matter what you were, it matters what you are. ਅਸੀਂ ਆਪਣੇ ਜੀਵਨ ਵਿੱਚ ਕਾਮ ਕ੍ਰੋਧ ਹੰਕਾਰ ਨਫ਼ਰਤ ਈਰਖਾ ਦੀ ਜਿਹੜੀ ਬੋਲੀ ਬੋਲਦੇ ਹਾਂ, ਆਪਣੇ ਮਨ ਕੀ ਮੱਤ ਦੇ ਜ਼ੋਰ ਦੇ ਨਾਲ ਚੱਲਦੇ ਹਾਂ ਔਰ ਸਾਨੂੰ ਅਵਗੁਣਾਂ ਦੇ ਬੰਧਨ ਪੈ ਜਾਂਦੇ ਨੇ। ਰੱਬ ਜੀ ਦੇ ਬਲ ਨੂੰ ਛੱਡ ਦਿੱਤਾ, ਬਲ ਛੁੱਟ ਕਿਉਂ ਅਵਗੁਣਾਂ ਵਾਲੀ ਗੱਲਾਂ ਦੇ ਬੰਧਨ ਪੈ ਗਏ। ਬਲ ਛੁੱਟ ਕਿਉਂ ਬੰਧਨ ਪਰ ਹੈ ਕਛੂ ਨਾ ਹੋ ਤੂੰ ਪਾਏ। ਹੁਣ ਤੂੰ ਵਿਗਾਸ ਖੇੜਾ ਚੈਨ ਨਹੀਂ ਲੈ ਸਕਦਾ। ਜਦੋਂ ਕਰਮਖੰਡ ਦੀ ਅਵਸਥਾ 'ਚ ਨਿਰਮਲ ਵਿਰਲਾ ਬਣਨ ਵਾਲਾ ਮਨ ਕੂੜ ਉਤਾਰ ਕੇ ਪਹੁੰਚਦਾ ਹੈ, ਸ਼ਰਮ ਕਰਦਾ ਕਰਦਾ ਔਰ ਸਤਿਗੁਰ ਦੀ ਮੱਤ ਦਾ ਕਰਮ ਲੈਂਦਾ ਹੈ, ਤਾਂ ਉਸ ਦੀ ਬਾਣੀ ਦੇ ਜ਼ੋਰ ਨੂੰ ਮੰਨਦਾ ਹੈ, ਮਨ ਕੀ ਮੱਤ ਦਾ ਜ਼ੋਰ ਛੱਡ ਦਿੰਦਾ ਹੈ। ਤਿੱਥੈ ਹੋਰ ਨਾ ਕੋਈ ਹੋਰ, ਉਹ ਫਿਰ ਆਪਣੇ ਸਾਰੇ ਜਿਹੜੇ ਜਿਹੜੇ ਜ਼ੋਰ ਨੇ ਅਵਗੁਣੀ ਖਿਆਲਾਂ ਦੇ, ਨੈਗੇਟਿਵ ਥਾਟਸ ਦੇ, ਢਹਿੰਦੀਆਂ ਕਲਾਂ ਦੇ ਐਟੀਟਿਊਡ ਦੇ, ਉਹ ਜ਼ੋਰ ਛੱਡ ਦਿੰਦਾ ਹੈ। ਤਿੱਥੇ ਜੋਧ ਮਹਾਬਲ ਸੂਰ, ਉਹਦੇ ਅੰਦਰ ਸੂਰਮੇ ਯੋਧੇ ਵਾਲੀ ਮੱਤ ਆ ਜਾਂਦੀ ਹੈ ਕਿ ਜਮਾਂ ਨਾਲ ਟੱਕਰ ਕਿਵੇਂ ਲਈਦਾ ਹੈ। ਜਮ ਹੁੰਦੇ ਨੇ ਅਵਗੁਣ, ਅਵਗੁਣੀ ਥਾਟਸ। ਗੁਰੂ ਪਾਤਸ਼ਾਹ ਕਹਿੰਦੇ ਨੇ ਸ੍ਰੀ ਰਾਮ ਨਾਮਾ ਉਚਰਮ ਨਾ ਆਗੇ ਜਮਦਲ ਬਿਖਮ ਕਰਨਾ। ਜੇ ਤੂੰ ਸੱਚ ਨਹੀਂ ਲਏਗਾ ਤਾਂ ਤੈਨੂੰ ਪਲ ਪਲ ਤੇਰੇ ਸਾਹਮਣੇ ਜਮਾ ਦੀ ਬਰਾਤ ਖੜੀ ਰਿਹਾ ਕਰੇਗੀ। ਆਗੇ ਜਮਦਲ ਬਿਖਮ ਕਰਨਾ। ਤਿੱਥੇ ਜੋਧ ਮਹਾਬਲ ਸੂਰ, ਉਹ ਸੂਰਮਾ ਬੰਦਾ ਹੈ ਔਰ ਉਹ ਤਿੰਨਮੈ ਰਾਮ ਰਿਹਾ ਭਰਪੂਰ। ਉਹ ਜਿਹੜੇ ਜਿਹੜੇ ਗੁਣਾਂ ਦਾ ਬਲ ਲੈਂਦਾ ਹੈ ਉਹਨਾਂ ਵਿੱਚ ਰੱਬ ਜੀ ਮੌਜੂਦ ਹੁੰਦੇ ਨੇ। ਅਸੀਂ ਇਹ ਹੋਲੇ ਮਹੱਲੇ ਤੇ ਪੜ੍ਹਿਆ ਸੀ, ਧੀ
तीरों देख तुम्हारे रंगा, तीरों देख तुम्हारे रंगा। तू ही स्वामी अंतर्जामी, तू ही स्वामी अंतर्जामी। तू ही बसें साध कै संगा, तू ही बसें साध कै संगा। तीरों देख तुम्हारे रंगा। ਕਹਿੰਦੇ ਮੈਨੂੰ ਤੁਹਾਡੇ ਰੰਗ ਵੇਖ ਵੇਖ ਕੇ ਧੀਰਜ ਆਉਂਦਾ ਹੈ। ਰੰਗ ਰੱਬ ਜੀ ਦੇ ਕੀ ਨੇ? ਵਰਚੂਸ। ਰੱਬ ਜੀ ਦੇ ਚੰਗੇ ਚੰਗੇ ਗੁਣ ਰੱਬ ਜੀ ਦੇ ਰੰਗ ਨੇ। ਔਰ ਜਦੋਂ ਅਸੀਂ ਰੱਬ ਜੀ ਦੇ ਰੰਗ ਲੈਂਦੇ ਹਾਂ, ਉਹਨਾਂ ਰੰਗਾਂ 'ਚੋਂ ਹੋਰ ਇੱਕ ਕਿਸਮ ਦੇ ਆਨੰਦ ਆਉਣੇ ਸ਼ੁਰੂ ਹੁੰਦੇ ਨੇ ਜਿਹੜੇ ਬਿਆਨ ਨਹੀਂ ਕੀਤੇ ਜਾ ਸਕਦੇ ਨੇ। ਫਰਜ਼ ਕਰੋ ਮੈਂ ਕ੍ਰੋਧ ਨਾ ਕਰਾਂ, ਕ੍ਰੋਧ ਨਾ ਕਰਨ ਤੋਂ ਬਾਅਦ ਜਿਹੜੇ ਸਵਾਦ ਆਉਣਗੇ ਉਹਨਾਂ ਨੂੰ ਪਰੰਗ ਕਹਿੰਦੇ ਨੇ। ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਅਸੀਂ ਇਹ ਰੋਜ਼ ਪੜ੍ਹਦੇ ਹਾਂ ਸ਼ਬਦ, ਵਡਿਊ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ। ਰੰਗ ਹੁੰਦਾ ਹੈ ਇੱਕ ਸਿੱਧਾ ਸਾਹਮਣੇ ਜਿਹੜਾ ਅਸੀਂ ਰੰਗ ਦੇਖਿਆ, ਲਾਲ ਦੇਖਿਆ, ਨੀਲਾ ਦੇਖਿਆ, ਪੀਲਾ ਦੇਖਿਆ। ਪਰ ਲਾਲ ਨੀਲੇ ਪੀਲੇ ਨੂੰ ਮਿਲਾ ਕੇ ਜਿਹੜਾ ਇੱਕ ਹੋਰ ਰੰਗ ਬਣਦਾ ਉਹਨੂੰ ਪਰੰਗ ਕਹਿੰਦੇ ਨੇ। ਮੈਂ ਕ੍ਰੋਧ ਛੱਡਿਆ, ਕ੍ਰੋਧ ਛੱਡਣ ਤੋਂ ਬਾਅਦ ਜਾਂ ਦਿਨ ਹੋਮ ਹੁਆ ਪਾਛੇ ਪਿਆ ਨਾ, ਇੱਕ ਹੋਰ ਸਵਾਦ ਆਉਣਾ ਸ਼ੁਰੂ ਹੋਇਆ, ਇਹ ਪਰੰਗ। ਇਹ ਸਾਰੇ ਦੇਖ ਕੇ ਨਾ ਮੈਨੂੰ ਧੀਰਜ ਆਉਂਦਾ ਹੈ। ਤੁਹਾਡੇ ਚੰਗੇ ਚੰਗੇ ਗੁਣਾਂ ਨੂੰ ਅਪਣਾ ਕੇ ਧੀਰਜ, ਪੇਸ਼ੈਂਸ, ਸਬਰ। ਧੀਰੋਂ ਦੇਖ तुम्हारे रंगा, तू ही स्वामी अंतरजामी, तू ही बसे साध कै संगा। साध कै संगा का की मतलब होता है? रब जी सिर्फ साधुआं नाल रहिंदे ने। साध होंदा है वर्च्यूस, चंगे गुण। चंगे गुणां विच रब जी वसदे ने। तू ही बसे साध कै संगा। वैन एवर यू अपलाई चंगे गुण, ਉਹਦੇ ਵਿੱਚ ਰੱਬ ਜੀ ਪ੍ਰੈਜ਼ੈਂਟ ਹੁੰਦੇ ਨੇ। ਅਵਗੁਣਾਂ ਨਾਲ ਰੱਬ ਜੀ ਪ੍ਰੈਜ਼ੈਂਟ ਨਹੀਂ ਹੁੰਦੇ ਨੇ। ਇਹ ਗੱਲ ਮੈਂ ਹੁਣੇ ਇੰਦੌਰ ਵੀ ਸਾਂਝ ਕੀਤੀ ਸੀ। ਮੈਨੂੰ ਯਾਦ ਹੈ ਕਿ ਇੱਕ ਬੰਦਾ ਕਸਟਮ 'ਤੇ ਆਇਆ ਔਰ ਕਹਿੰਦਾ ਹੈ ਮੈਂ ਕਸਟਮ ਵਾਲੀ ਆਈਟਮ ਲੈ ਕੇ ਆਇਆ ਸੀ, ਪਰ ਜਦੋਂ ਮੈਨੂੰ ਇੰਸਪੈਕਟਰ ਨੇ ਪਕੜ ਲਿਆ, ਉਹਨੇ ਕਿਹਾ ਤੁਸੀਂ ਗ੍ਰੀਨ ਚੈਨਲ ਤੋਂ ਨਿਕਲ ਕੇ ਆਇਓ, ਜਰਾ ਅਟੈਚੀ ਚੈੱਕ ਕਰਾਓ। ਪਰ ਇਤਨੀ ਦੇਰੀ 'ਚ ਉਹਨਾਂ ਦੀ ਡਿਊਟੀ ਬਦਲ ਗਈ। ਮੈਂ ਸਤਨਾਮ ਵਾਹਿਗੁਰੂ ਕਰ ਰਿਹਾ ਸੀ, ਤਾਤੀ ਵਾਵਨਾ ਲਾਗੇ ਹੀ ਕਰ ਰਿਹਾ ਸੀ, ਰੱਬ ਨੇ ਹੱਥ ਦੇ ਕੇ ਰੱਖ ਲਿਆ, ਉਹਦੀ ਡਿਊਟੀ ਬਦਲ ਗਈ। ਨਵਾਂ ਅਫਸਰ ਆਇਆ, ਉਹ ਕਹਿੰਦਾ ਜਾਓ। ਇਸ ਤਰ੍ਹਾਂ ਰੱਬ ਜੀ ਸਹਾਈ ਨਹੀਂ ਹੁੰਦੇ ਨੇ। ਐਸੀਆਂ ਗੱਲਾਂ ਵਿੱਚ ਰੱਬ ਜੀ ਸਹਾਈ ਨਹੀਂ ਹੁੰਦੇ ਨੇ ਕਿ ਬੰਦਾ ਕਹਿੰਦਾ ਮੈਂ ਸ਼ਰਾਬ ਪੀਂਦਾ ਹਾਂ, ਮੈਨੂੰ ਚੜ੍ਹਦੀ ਨਹੀਂ ਹੈ ਕਿਉਂਕਿ ਮੈਂ ਪੌਕੜੀ ਗੁਰੂ ਨਾਨਕ ਸਾਹਿਬ ਦੀ ਫੋਟੋ ਰੱਖੀ ਹੋਈ ਹੈ। ਕਿਸੇ ਵੀ ਅਵਗੁਣ ਵਿੱਚ ਰੱਬ ਜੀ ਸਹਾਈ ਨਹੀਂ ਹੁੰਦੇ ਨੇ। ਨੂੰ ਸਾੜ ਦਿਓ ਦਾਜ ਦੇ ਨਾਂ ਹੇਠਾਂ, ਫਿਰ ਅਖੰਡ ਪਾਠ ਰਖਾ ਲਓ, ਇਹਦੇ 'ਚ ਰੱਬ ਜੀ ਸਤਿਗੁਰੂ ਜੀ ਬਿਲਕੁਲ ਸਹਾਈ ਨਹੀਂ ਹੁੰਦੇ ਨੇ। ਕੁਛ ਵੀ ਜੋ ਅਸੀਂ ਗਲਤ ਕਰਦੇ ਹਾਂ ਉਹਦੇ 'ਚ ਸਤਿਗੁਰੂ ਤੂੰ ਹੀ ਸਵਾਮੀ ਅੰਤਰਜਾਮੀ, ਤੂੰ ਹੀ ਬਸੇ ਸਾਧ ਕੈ ਸੰਗਾ। ਸਾਧ ਹੁੰਦਾ ਚੰਗੇ ਚੰਗੇ ਗੁਣਾਂ ਦੇ ਨਾਲ ਰੱਬ ਜੀ ਤੁਸੀਂ ਹੁੰਦੇ ਹੋ। ਇਹ ਤੁਹਾਡਾ ਬਿਰਦ ਹੈ, ਤੁਸੀਂ ਉਹਦੀ ਲਾਜ ਰੱਖਦੇ ਹੋ। ਜੰਮ ਉਸ ਨੂੰ ਕੁਛ ਕਹਿ ਨਹੀਂ ਸਕਦਾ ਹੈ। ਤਿੰਨ ਮੈਂ ਰਾਮ ਰਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਮਾਏ। ਜਦੋਂ ਕਰਮਖੰਡ ਦੀ ਅਵਸਥਾ ਵਿੱਚ ਹੁੰਦਾ ਉਹਦਾ ਮਨ ਲਗਾਤਾਰ ਸੀਤੋ ਸੀਤਾ ਹੁੰਦਾ, ਪਿਰੋਤਾ ਹੋਇਆ, ਇੱਕ ਮਿਕ, ਬਿਲਕੁਲ ਓਤ ਪ੍ਰੋਤ। ਜਿਵੇਂ ਕੱਪੜਾ ਉਣਿਆ ਹੁੰਦਾ ਨਾ ਤਾਣਾ ਪੇਟਾ, ਬਿਲਕੁਲ ਪੂਰੀ ਤਰ੍ਹਾਂ ਇੱਕ ਮਿਕ ਘਿਓ ਖਿਚੜੀ ਹੋ ਜਾਂਦਾ। ਸੀਤੋ ਸੀਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਕੱਟਣੇ ਚਾਹੇ, ਜਿਹੜਾ ਸੁੰਦਰ ਸੁੰਦਰ ਰੂਪ ਚੜ੍ਹਦਾ ਹੈ। ਜਦੋਂ ਅਸੀਂ ਸਮਾਈਲ ਕਰਕੇ ਦੂਸਰਿਆਂ ਨੂੰ ਮਿਲੀਏ ਨਾ, ਉਹ ਸਮਾਈਲ ਕਰਨ ਜਾਂ ਨਾ ਕਰਨ ਹੈਰਾਨ ਬੜੇ ਹੁੰਦੇ ਨੇ। ਪਰ ਹੁਣ ਕਿਉਂਕਿ ਜ਼ਮਾਨਾ ਬਦਲ ਗਿਆ, ਜਦੋਂ ਅਸੀਂ ਸਮਾਈਲ ਕਰੀਏ, ਮੈਂ ਜਦੋਂ ਦਾ ਇੰਡੀਆ ਆਉਣ ਲੱਗਾ ਔਰ ਮੈਂ ਬੱਸ 'ਤੇ ਬੈਠੇ ਹੋਏ ਬੰਦੇ ਨੂੰ ਕਾਰ 'ਚੋਂ ਦੇਖਦਾ, ਸਮਾਈਲ ਕਰਦਾ, ਜਾਂ ਰੈੱਡ ਲਾਈਟ 'ਤੇ ਆਸ-ਪਾਸ ਕੋਈ ਰਿਕਸ਼ੇ ਵਾਲਾ ਸਕੂਟਰ ਵਾਲਾ ਖੜਾ ਹੁੰਦਾ ਹੈ, ਉਹਦੇ ਵੱਲ ਦੇਖ ਕੇ ਸਮਾਈਲ ਕਰਦਾ। ਉਹ ਸਿੱਖ ਵੀ ਨਹੀਂ ਹੁੰਦਾ, ਪਤਾ ਨਹੀਂ ਕੌਣ ਗਰੀਬ ਹੁੰਦਾ, ਕਿਸ ਤਰ੍ਹਾਂ ਹੁੰਦਾ, ਕੁਛ ਨਹੀਂ, ਬਿਨਾਂ ਵਿਤਕਰੇ ਤੋਂ ਮੈਂ ਉਹਦੇ ਵੱਲ ਅੱਖ ਇਸ ਤਰ੍ਹਾਂ ਕਰਕੇ ਸਮਾਈਲ ਕਰਦਾ। ਉਹ ਹੈਰਾਨ ਰਹਿ ਜਾਂਦਾ, ਉਹ ਸਮਝਦਾ ਸਰਦਾਰ ਜੀ ਦਾ ਦਿਮਾਗ ਖਰਾਬ ਹੈ। ਪਰ ਆਪਣਾ ਸੁਭਾਅ ਬਣਾਉਣਾ,
दो बंदे कार ते जा रहे ने, अगों ढेर सारे खोते आ गए ने। वो शीशा उतारदा और कहंदा है, खोते शाह जी, खोते भाई साहब जी, ओ खोते अंकल प्लीज़ जरा इत्थों जल्दी चले जाओ, सानू काल है। दूजा कहंदा बड़ा मिठा मिठा मूँह बना के बोल रहा, खोतिਆਂ ਨੂੰ तेरी बोली समझ आती है? कहंदा मैनू पता उन्होंने समझ नहीं आती, पर मैं प्रैक्टिस कर रहा कि मेरा सुभाਅ ना बिगड़ जाए। सदा सच दे नाल ओत प्रोत हो के रहना, ਉਹਦੇ ਵਿੱਚ ਰੱਬ ਜੀ ਰਹਿੰਦੇ ਨੇ। तिथे सीतो सीता मैमा माए, ताकि रूप ना कथे जाए। अगे कहते नाउ मरै ना ठागे जाए। ठगे कौन जाते ने, ठगाए कौन जाते ने? असी इसनू बड़ी वारी पढ़िया, आज क्योंकि फिर दोबारा मेरे रीकैप च आ गया और हल के पढ़ लिए। पंजे ठग, पंजे ठग, पंजे ठग, पंजे ठग, राजमाल रूप जात जोबन, राजमाल रूप जात जोबन, पंजे ठग, पंजे ठग, पंजे ठग, राजमाल रूप जात जोबन, राजमाल रूप जात। एनी ठगी जग ठगया, एनी ठगी जग ठगया, किन्ने न रखी लज, किन्ने न रखी लज। इना ठगन ठग से, इना ठगन ठग से, जे गुर की पैरी पाए, जे गुर की पैरी पाए। नानक कर्मा बाहरे, नानक होर केते मुठे जाए, होर केते मुठे जाए। पंजे ठग, पंजे ठग, राजमाल रूप जात जोबन। राज दूसरिਆਂ ਨੂੰ ਆਪਣੇ ਥੱਲੇ ਕਾਬੂ ਕਰਕੇ ਰੱਖਣ ਦੀ ਬਿਰਤੀ, ਡੋਮੀਨੇਟ ਕਰਨ ਦੀ ਬਦਬੂ। राज माल समान इकट्ठे करते रहना। राज माल रूप, शक्लां ते मरना, रूप ते मरना। राज माल रूप जात, जात पात दे वितकरे दी गेम विच फसना। ख्याल आना कि मैं किहड़ी जात दा, दूजा नीवीं जात दा कि उच्ची जात दा। राज माल रूप जात जोबन, जोबन विच हुंदा है मैं सच सुनना ही नहीं, अपनी अक्ल उत्ते मान। उन्होंने यूथ का जोबन कहते हैं, यूथ का बल कहते हैं। भावें कोई 90 साल का हो जाए, जो सच नहीं सुनना चाहता उन्होंने जोबन का मान है। ये पंज ठग, वैसे तो ठग बहुत होंगे ने, पंजे ठग। इन्नी ठगी इन्हां ठग्गां ने जग ठग्या। एक मेरे थॉट प्रोसैस दे जग नूं ठग्या है, लोकां नूं ठग्या है। इन्नी ठगी जग ठग्या, किने ना रखी लज। लोकी सच ना लैण दे कारण ठगाए जांदे ने। इन्नी ठगी जग ठग्या, किने ना रखी लज। हुण गुरु पातशाह कहते नानक इन्हां ठगण ठग से जे गुर की पैरी पाए। सतगुर दी मत लै लैन तां इन्हां नूं ठगना सिख जांदे ने। इन्हां नूं ये ठग नहीं सिख लुट सकते ने। वो कुट कुट मन कसवट्टी लावा करते हैं और इन्हां ठग्गां नूं काबू करना सिख जाते हैं। अदरवाइज नानक कर्मा बाहर केते मुठे जाए। दुनिया दे बड़े लोग आए तो चले गए, लखां करोड़ां दुनिया कितनियां सदियां तो आ रही है और जा रही है, सारे इन्हां ठग्गां तो ठगाए जाते हैं। पर जो कर्मखंड की अवस्था तक पहुँचा उन्हें सच लिया। वो विकारां दे हत्थी मरदा नहीं है, आत्मक मौत पल पल मरदा नहीं है, झूरदा नहीं है, दुखी नहीं रहिंदा, हाय हाय नहीं करदा और ढैंदियां गल्लां च नहीं रहिंदा। ना वो मरे ना ठागे जाए, उन्होंने ये ठग ठगदे नहीं ने। जिनके राम वसै मन माए और रब जी दे गुणां दे नाल जींदे ने।
तिथे भगत वसै के लो उन्हां दे सारे जीवन विच एक एक अंग अंग रोम रोम विच चानण हो जाता है। कर आनंद सच्चा मन सोए सचखंड वसै निरंकार। सचखंड की अवस्था च पहुँच जाते हैं। साध संगत जी असी पहला भी डिस्कस किया सी धर्मखंड कोई जगह नहीं होंदी जिथे जाना है फिजिकली जियोग्राफिकली कोई जगह नहीं होंदी। कर धर्मखंड तो बाद ज्ञान खंड भी कोई जगह नहीं होंदी, श्रम खंड भी कोई जगह नहीं होंदी, कर्म खंड भी कोई जगह नहीं होंदी, तो सचखंड भी कोई जगह नहीं होंदी। जे यह गल समझ आ जाए तो असी अरदासां च कदे नहीं कहेगा फलाना बंदा जिहड़ा मर गया सचखंड वासी, नहीं कहांगे। गुरमति जपजी साहब की पहली पौड़ी पढ़ रहे हैं दे जींदे जी सचखंड सिखाया है। कभी नहीं कहांगे फलाना बंदा स्वर्गवासी। असी मरण तो बाद जानते ही नहीं स्वर्ग है कि नहीं, मरण तो बाद असी जानते ही नहीं। ना जाना बैकुंठ कहाँ आई, बैकुंठ वासी किसी को कहना, स्वर्गवासी कहना, किसी को फलाना परलोक सिधार गया। गुरु साहब कहते जींदे जी कहो कबीरे कहिए काए साध संगत बैकुंठे आए। साध संग विच सच की संगत लैके सच वाला जीवन जियो तो इनू बैकुंठ कहते, इनू परलोक कहते हैं, इनू ही पैराडाइज कहते हैं, इनू ही हैवन कहते हैं, इनू ही जन्नत कहते हैं, इनू ही सचखंड कहते हैं। गुरबाणी के बड़े कीमती नुकते ने, सानू जपजी साहब पढ़ रहे हैं शुरू तो यह नुकते लैके चलांगे, बाकी सारे गुरु ग्रंथ साहिब जी सानू काम आएंगे। सचखंड वसै निरंकार। जदों सच की मत लैंदा है तो रब्बी करम बख्शिश नूं महसूस करता है तो उसनूं अंदरों रब जी महसूस होंदे ने। असी जपजी साहब शुरू तो समझते आ रहे हैं अंदर की गल नूं सुनना हुक्म रजाई चलना कहता है। अंदर रब जी वसदे ने, रब जी की गल नूं ही गुरमुख नादं गुरमुख वेदं कहते हैं। रब जी अंदर वसदे ने। अंदर जदों गया उन्होंने वसी रब हियालिया नज़र आया, वो महसूस करता है सचखंड वसे निरंकार आप रब जी यहाँ रहते हो। अगम रूप का मन में था ना लभ लिया। जदों असी सुख हासन करते हैं असी शब्द पढ़ते हैं जिथे जाए बह मेरा सतगुरु सो थान सुहावा राम राजे। ये शब्द असी सत्कार दे प्रतीक वजों पढ़ते हैं, पर है ये शब्द की अंदर दा थान। जिथे जाए बह मेरा सतगुरु सो थान सुहावा राम राजे। वो फिर बाहरले थड़े लस्सी नाल धो के सुच्चे नहीं करता, वो अंदर दे थान नूं सुच्चा करता। गुरसिੱਖੀ गुरु की सिੱਖਿਆ नाल सो थान भालिया लै धूड़ मुख लावां। मेरे राम हो सो थान भालन आया, वो थान लभदियां अंदर दा थान पवित्र करदियां उत्थे रब जी रहिंदे ने। और जदों रब जी नूं महसूस करदा सचखंड वसे निरंकार कर कर वेखे नदर निहाल, उस सतगुर दी नदर मत लैके निहाल हुंदा है। तिथे खंड मंडल वर भंड। खंड मंडल वर भंड की होंदा है? फर्ज करो असी दिल्ली बैठे हाँ, असी समझिए मान लिया एक जनकपुरी है, एक विकासपुरी है, एक रजौरी गार्डन है, इन्हों असी कहांगे खंड। पर इस तरीके दे नाल असी मनांगे लाजपत नगर है, डिफेंस कलोनी है, एक साउथ एक्सटेंशन है, इन्हां सारिਆਂ ਦਾ रखांगे एक एक खंड। पर जो ये सारे मिल जाएंगे उन्होंने नाम रख देंगे साउथ दिल्ली, वो हो गया मंडल। अते फिर सारी दिल्ली ऐसे कितने ही मंडल बन बन के पूरा जो इंडिया इकट्ठा हो गया असीं इहनूं वरभंड कहांगे। पर जे इंडिया वांगू वरभंड दे सारी धरती के जितने देश ने सारिਆਂ ਨੂੰ मिला लीए, ये सारी सृष्टि ਨੂੰ मिला लीए, खंडा दे नाल वरभंड मंडल बनते हैं। मंडलों को इकट्ठा करिए वरभंड बनता है, अते सारे वरभंड प्लूरल शेप विच इकट्ठे कर लीए तो एक जिहड़ा सैट बनता उन्होंने ब्रह्मंड कहते हैं। इस तो आइए अंदर, जो ब्रह्मंडे सोई पिंडे जो खोजा सो पावे। मेरा एक छोटा छोटा ख्याल खंड है, मेरा एक छोटा छोटा रोम खंड है, मेरे इंद्रे ज्ञानेंद्रे खंड हैं। एक खंड मिल के अपना अपना ही ख्याल बनाते हैं। अखां किसी नूं वेखदियां उहदे नाल नफरत करदियां और जीभ नाल अपना एक मंडल बना लैंदियां, इसको गाली निकाल दो। अखां कान किसी के बारे सुनते हैं, जीभ नाल मिल जाते हैं, कहते हैं इसको इसकी निंदा कर दो, अपना एक मंडल बना लेंदे ने। मेरे ख्यालों के खंडा दे नाल मिल के मंडल बनता है, अते इन्हां सारिਆਂ दे नाल मिल के जिहड़ा मेरा मन जिथे मेरे रब जी रहिंदे ने उहनूं ब्रह्मंड कहंदे ने।
तिथे खंड मंडल वर भंड, उन्होंने अंदर दे ब्रह्मंड की गल समझ आती है। अंदर की जो गल समझ आती है इनू ब्रह्म विचार कहते हैं, इनू ब्रह्म ज्ञानी दी विचार कहते हैं। कौन हुआ रे कौन हुआ? ब्रह्म ज्ञानी मिल करो विचारा। ब्रह्म दे ज्ञान दे नाल अंदर दी गल सुन के ओदे नाल विचार कर। ब्रह्म ज्ञानी डज नॉट मीन कोई मनुख होंदा है, कोई मनुख नहीं होंदा। मेरे घर किसी की डैथ हो जाए मैं ब्रह्म ज्ञानी लभण जावांगा? गुरु पातशाह कहते ने कौन हुआ रे कौन हुआ, अबे देखना कौन मरा। ब्रह्म ज्ञानी ब्रह्म दे ज्ञान दे नाल मिल करो विचारा। ये तो चलत पिया, ये तो सिस्टम ही है। जो जो ब्रह्म दे ज्ञान दे नाल असी गल्लां करदे जांदे हां तां सारी साडी सुखमनी साहब दी ब्रह्म ज्ञानी दी पौड़ी अष्टपदी श्लोक खुलदा जांदा है। नानक ये लक्षण ब्रह्म ज्ञानी होए, ब्रह्म दे ज्ञान दे ये लक्षण हन। वो हर किसी भी एक रब जी देखता है और सारिया गल्लां करके कहते ब्रह्म ज्ञानी कोई मनुख नहीं होंदा, ब्रह्म ज्ञानी आप परमेश्वर। सत्संग जी ये मेरे लॉजिक्स नहीं ने, ये गुरबाणी दे इंटरनल लॉजिक्स ने। काश असी सहजे सहजे पढ़ीए, काश असी मनीए कि असी होर कुछ सीखना है। तिथे खंड मंडल वर भंड, जे को कथा है, कथा का मतलब बोलना नहीं होता, कथा का मतलब होता है उसनू प्रैक्टिकल करके दृढ़ करना। कथना कथी ना आवे तोट, जो जो तू उसनू कथदा है भाव कथ कथ के दृढ़ करदा, अपने सुभाव नू पकांदा, इनू कथ कहंदे ने। जे को कथा है तो अंत ना अंत, जितने चंगे गुणा नू दृढ़ करके जियांगे रब्बी गुणा का अंत नहीं है और विकास खेड़ा बेअंत आंदा जाएगा। यू विल बी प्लीज्ड, यू विल बी प्लीजिंग पर्सनैलिटी, यू विल हैव नानक भगता सदा विगास। नामे देख नारायण हस्सै दी तेरी अवस्था बनती जाएगी। खेड़ा खुशी चैन नम्रता मिठास हलीमी शीतलता, वरना चारों पासे विगड़ जाती है। गुरु पातशाह कहते ने राख ले हो हम ते बिगड़ी, राख ले हो हम शील तरम जप भगत ना कीनी, शील तरम जप भगत ना कीनी, हो अभिमान टेढ़ पगरी, हो अभिमान टेढ़ पगरी, राख ले हो हम ते बिगड़ी। मेरी सारी बिगड़ गई है, मेरा मन तन भंग हो गया, मैं अपसैट रहंदा, दुखी रहंदा, सिर दर्द रहंदा है, गर्दन आकड़ी रहंदी है, कमर दर्द रहंदी है, अखां करके परेशान रहंदा और दिन रात बेचैन रहंदा हाँ। जिथे जांदा हाँ मन सुखी नहीं होंदा। राख लियो हम ते बिगड़ी, क्यों? अपना अवगुण समझा। शील शीतलता, शील धर्म जप भगत ना कीनी, बल्कि मैं आकड़ा फिरदा हूँ अभिमान टेढ़ पगड़ी। टेढ़ पगड़ी का मतलब पग टेढ़ी नहीं होंदा, टेढ़ पगड़ी का मतलब टेढ़े रस्ते चलदा हाँ मैं, सीधा रस्ता मैनू पसंद नहीं है। गुरु पातशाह पूछते ने चलत कत टेढ़े टेढ़े, टेढ़ा क्यों चलना है? टेढ़ा चलदा है तां दुखी रहिंदा है, अपसैट मनुख दुखी रहिंदा है। पर जदों वो सच नूं दृढ़ करदा है, चंगे चंगे गुण लैंदा जाता है, होर सुखी होंदा जाता है। जे को कथा है तो अंत न अंत, तिथे लो लो आकार, ਉਹਦੇ एक एक रोम रोम ਵਿੱਚ ਚਾਨਣ ਹੁੰਦਾ ਜਾਂਦਾ ਹੈ। ਜਿਵੇਂ ਜਿਵੇਂ ਹੁਕਮ ਤਿਵੇਂ ਤੇ ਵਿਕਾਰ, ਜਿਸ ਤਰ੍ਹਾਂ ਐਲੀਵੇਟਿਡ ਚੜ੍ਹਦੀ ਕਲਾ ਵਾਲਾ ਮਨ ਇੱਕ ਇੱਕ ਇੰਦਰੇ ਗਿਆਨ ਇੰਦਰੇ ਨੂੰ ਹੁਕਮ ਕਰਦਾ ਹੈ, ਵੈਸੀ ਕਾਰ ਉਹ ਸਾਰੇ ਕਮਾਉਂਦੇ ਨੇ। ਵੇਖਿਆ ਵਿਕਸਿਆ ਕਰ ਵਿਚਾਰੋ ਖਿੜਿਆ ਰਹਿੰਦਾ ਹੈ, हमेशा सच की विचार करता है। किसी दे बारे कुछ बोलन तो पहला, किसी दे बारे कुछ करन तो पहला, किसी का विगाड़ करन तो पहला 10 वारी विचार करता है। जदों असी क्रोध का सैमीनार 98 कीता सी तो मैनू एक पॉइंट बड़ा पसंद आया सी। क्रोध जदों चढ़न लगा है, बस फ्रैक्शन ऑफ सकिंट की एक लंबी खाई खोद दो, विचकार एक पूरा समुंदर क्रिएट कर दो। किन्ना दा? बस पलों का। जस्ट वेट, सबर संतोख, क्रोध चला जाएगा। एक लेडी ने अमेरिकन सिटीजन लिख दिया है कि मैं
ਪ੍ਰੈਜ਼ੀਡੈਂਟ ਆਫ ਅਮਰੀਕਾ ਨੂੰ ਬੜੇ ਬੁਰੇ ਬੋਲ ਬੋਲ ਕੇ ਲੈਟਰ ਲਿਖਿਆ। ਕਹਿੰਦੀ ਜਦੋਂ ਮੈਂ ਲੈਟਰ ਲਿਖਿਆ ਤਾਂ ਬਹੁਤ ਉਹਦੇ ਵਿੱਚ ਕ੍ਰੋਧ ਮੈਂ ਕੱਢਿਆ ਅਤੇ ਗਾਲਾਂ ਕੱਢੀਆਂ। ਰਾਤੀ ਮੈਂ ਲੈਟਰ ਐਨਵਲਪ 'ਤੇ ਚਿਪਕਾਉਣ ਤੋਂ ਪਹਿਲਾਂ ਖੁੱਲ੍ਹਾ ਰੱਖ ਦਿੱਤਾ। ਸਵੇਰੇ ਮੈਂ ਉੱਠੀ, ਮੈਂ ਉਹਦੇ 'ਚ 2 ਸੈਂਟੈਂਸ ਕੱਟ ਦਿੱਤੇ। ਮੈਂ ਸੋਚਿਆ ਅੱਜ ਮੈਂ ਲੈਟਰ ਨਹੀਂ ਪਾਉਂਦੀ, ਸ਼ਾਮੀ ਦੁਬਾਰਾ ਆ ਕੇ ਪੜ੍ਹਾਂਗੀ। ਸ਼ਾਮੀ ਦੁਬਾਰਾ ਆ ਕੇ ਪੜ੍ਹਿਆ, ਮੈਂ 2 ਗਾਲਾਂ ਹੋਰ ਮਾਈਨਸ ਕਰ ਦਿੱਤੀਆਂ। ਔਰ ਫਿਰ ਅਗਲੇ ਦਿਨ ਸਵੇਰੇ ਜਦੋਂ ਪਾਉਂਦੇ ਮੈਂ ਲੈਟਰ ਹਫ਼ਤਾ ਲੇਟ ਕਰ ਦਿੱਤਾ। ਕਹਿੰਦੀ ਮੈਂ ਆਈਡੀਆ ਛੱਡ ਦਿੱਤਾ। ਜਸਟ ਡਿਲੇ। ਗੁਰੂ ਪਾਤਸ਼ਾਹ ਕਹਿੰਦੇ ਨੈ ਬਿਲੰਗ ਧਰਮੰ ਬਿਲੰਗ ਪਾਪੰ। ਭੈੜ ਜਦੋਂ ਸੋਚਦਾ ਹੈ, ਭੈੜ ਜਦੋਂ ਕਰਦਾ, ਇਹਨੂੰ ਡਿਲੇ ਕਰਿਆ ਕਰ। ਅਸੀਂ ਇੱਕਦਮ ਜ਼ਬਾਨ ਤੋਂ ਫਾਹ ਵੱਟਾ ਮਾਰਦੇ ਹਾਂ। ਜਸਟ ਡਿਲੇ ਕੀ ਭੈੜ। ਤਾਂ ਵਿਚਾਰ ਕਰਨਾ ਕਹਿੰਦੇ ਨੇ। ਤੇ ਵਿਚਾਰ ਕਿਤਨੀ ਕਰਨੀ ਹੈ? ਬੇਅੰਤ। ਜਸਟ ਆਪਣੇ ਅਵਗੁਣ ਦੇ ਵਿਚਕਾਰ 1 ਸਕਿੰਟ ਦੀ ਦੀਵਾਰ ਪਾਣੀ ਹੈ, ਖਾਈ ਖੋਦਣੀ ਹੈ, ਗੈਪ ਕ੍ਰੀਏਟ ਕਰਨਾ, ਐਂਡ ਯੂ ਵਿਲ ਹੈਵ ਅੰਦਰ ਦੀ ਆਵਾਜ਼। ਜਸਟ ਡੋਂਟ ਡੂ ਇਟ, ਡਿਲੇ ਇਟ। ਉਹਨੂੰ ਇਨਸਰਟ ਨਾ ਕਰ, ਉਹਨੂੰ ਸੱਤੀ ਕੱਪੜੀ ਅੱਗ ਨਾ ਲਾ, ਉਹਨੂੰ ਉਹਦੀਆਂ ਅੱਖਾਂ ਤੋਂ ਨਾ ਗਿਰਾ। ਅਸੀਂ ਤੇ ਦੂਜੇ ਨੂੰ ਬਲੇਮ ਲਾ ਕੇ ਉਹਨੂੰ ਉਹਦੀਆਂ ਅੱਖਾਂ ਤੋਂ ਜਦੋਂ ਤੱਕ ਗਿਰਾ ਰਹੀ, ਜਦੋਂ ਤੱਕ ਉਹ 7 ਟਾਈਮ ਲੀਕਾ ਨਾ ਕੱਢ ਲਵੇ, ਨਹੀਂ, ਇਹਦੇ ਵਿੱਚ ਕੁਝ ਸਵਾਦ ਨਹੀਂ ਹੈ। ਨਾਨਕ ਕਥਨਾ ਕਰੜਾ ਸਾਰ। ਦੁਨੀਆ ਇਸ ਨੂੰ ਕਰੜਾ ਸਾਰ ਸਮਝਦੀ ਹੈ, ਮੁਸ਼ਕਿਲ ਸਮਝਦੀ ਹੈ। ਉਹ ਕਹਿੰਦੇ ਨੇ ਜੇ ਇਹਨੂੰ ਪ੍ਰੈਕਟੀਕਲੀ ਜੀਵੋ, ਕਥੀ ਕਰੋ ਤਾਂ ਇਹ ਕਰੜਾ ਸਾਰ ਸੌਖਾ ਹੋ ਜਾਂਦਾ ਹੈ। ਜਿਹਨੂੰ ਲੋਕੀ ਲੋਹੇ ਚੱਬਣ ਦੇ ਬਰਾਬਰ ਕਹਿੰਦੇ ਨੇ, ਉਹਨਾਂ ਨੂੰ ਚੱਬਣਾ ਆ ਜਾਂਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਸਰਪਨੀ ਸਰਪਨੀ ਕਿਆ ਕਹੁ ਪਾਈ। ਸਰਪਨੀ ਸਰਪਨੀ ਕਿਆ ਕਹੁ ਪਾਈ। ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ। ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ। ਤੁਸੀਂ ਮਾਇਆ ਮਾਇਆ ਕੀ ਕਹੀ ਜਾਂਦੇ ਹੋ? ਉਹ ਦੁਨੀਆ ਦੇ ਲੋਕੋ, ਜਿਸ ਨੂੰ ਮਾਇਆ ਕਹਿੰਦੇ ਹੋ, ਸਰਪ ਨਹੀਂ ਕਹਿੰਦੇ ਹੋ, ਜਿਹੜਾ ਇਹਨੂੰ ਪਛਾਣ ਜਾਂਦਾ ਹੈ। ਅਰੇ ਕਿਆ ਕਹੋ ਭਾਈ, ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ। ਗੁਰਮਤ ਕਿਤਨਾ ਸਾਨੂੰ ਤਗੜਾ ਯੋਧਾ ਬਣਾਉਂਦੀ ਹੈ। ਮਾਇਆ ਮੇਰੇ ਮਨ ਦੇ ਖਿਆਲ ਨੇ, ਉਹ ਕਰੜਾ ਸਾਰ ਚੱਬ ਜਾਂਦਾ, ਜਿਹਨੂੰ ਲੋਕੀ ਮੁਸ਼ਕਲ ਸਮਝਦੇ ਨੇ। ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ केरी बिखम मार्ग चलना। जिसको दुनिया बिखम कहती है ਉਹਦੇ ਤੇ ਟੁਰ ਪੈਂਦੇ ਨੇ। ਕਹਿੰਦਾ ਇਟਸ ਨॉट ਡਿਫਿਕਲਟ। ਭਗਤਾਂ ਕੀ ਚਾਲ ਨਿਰਾਲੀ ਭਗਤਾਂ केरी बिखम मार्ग ਚੱਲਣਾ। ਦੁਨੀਆ ਔਖਾ ਕਿਹਨੂੰ ਸਮਝਦੀ ਹੈ? ਲੱਭ ਲੋਭ ਅਹੰਕਾਰ ਤਜ। ਇਹਨਾਂ ਨੂੰ ਛੋੜ ਦਿੰਦੇ ਨੇ, ਲੱਭ ਲੋਭ ਅਹੰਕਾਰ ਤਜ, ਤ੍ਰਿਸ਼ਨਾ ਬੋਧ ਨਾ ਹੀ ਬੋਲਣਾ। ਉਹ ਮਨ ਦੀ ਮਤ ਦੀ ਤੂਤੀ ਨਹੀਂ ਵਜਾਉਂਦੇ। ਦੁਨੀਆ ਇਹਨੂੰ ਕਹਿੰਦੀ ਸੀ ਇਹ ਤਾਂ ਬਹੁਤ ਮੁਸ਼ਕਿਲ ਹੈ ਧਰਮ ਕੇ ਰਾਸਤੇ ਪਰ ਚੱਲਣਾ। ਉਹ ਜੀ ਇਹ ਤਾਂ ਔਖੀ ਘਾਟ ਹੀ ਹੈ ਜੀ। ਕਬੀਰ ਸਾਹਿਬ ਕਹਿੰਦੇ ਇੱਕ ਔਕੜ ਘਾਟ ਹੀ ਰਾਮ ਕੀਤਾ ਚੜ੍ਹ ਰਹੇ ਹੋ। ਕਬੀਰ ਜਿਹਨੂੰ ਤੁਸੀਂ ਮੁਸ਼ਕਿਲ ਕਹਿੰਦੇ ਹੋ, ਇਹਦੇ ਬੜਾ ਆਸਾਨ ਹੈ। ਉਹ ਸੱਚਖੰਡ ਦੀ ਅਵਸਥਾ ਵਿੱਚ ਕਰੜਾ ਸਾਰ ਚੱਬਣਾ ਸਿੱਖ ਜਾਂਦਾ ਹੈ। ਜਦੋਂ ਕਰੜਾ ਸਾਰ ਚੱਬਣਾ ਸਿੱਖ ਜਾਂਦਾ ਹੈ, ਇਹਨੂੰ ਵਿਦਿਆ ਵਿਖਮ ਵਿਚਾਰ ਕਹਿੰਦੇ ਨੇ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਇਹ ਉਸਨੇ ਸੁਣਿਆ ਸੀ ਸ਼ੁਰੂ 'ਚ ਕਿ ਇੰਜ ਜਿਹੜਾ ਸਿੱਖ ਜਾਂਦਾ ਹੈ ਉਹਨੂੰ ਵਿਖਮ ਮਾਰਗ 'ਤੇ ਚੱਲਣ ਦੀ ਵਿਚਾਰ ਅਕਲ ਸੂਝ-ਬੂਝ ਆ ਜਾਂਦੀ ਹੈ। ਉਹਨੇ ਗਾਵੇ ਕੋ ਵਾਲੀ ਪੌੜੀ 'ਚ ਸੁਣਿਆ ਸੀ। ਇੱਥੇ ਉਹ ਚੱਬ ਗਿਆ, ਉਹਨੇ ਵਿਖਮ ਵਿਚਾਰ ਕਰ ਲਈ ਔਰ ਸੱਚ ਦੇ ਮਾਰਗ 'ਤੇ ਟੁਰਨ ਲੱਗ ਪਿਆ। ਔਰ ਜਿਉਂ-ਜਿਉਂ ਸੱਚ ਦੇ ਮਾਰਗ 'ਤੇ ਅਸੀਂ ਟੁਰਦੇ ਹਾਂ, ਸਾਡੀ ਨਵੀਂ ਕਾੜਤ ਹੁੰਦੀ ਜਾਂਦੀ ਹੈ। ਇਸ ਕਾੜਤ ਨੂੰ ਆਖਰੀ ਪੌੜੀ ਵਿੱਚ ਰੱਖਦੇ ਨੇ। ਅੱਜ ਆਓ ਰਲ ਕੇ ਅਸੀਂ ਇਸ ਦਾ ਪਾਠ ਕਰ ਲਈਏ। ਜਤ ਪਹਾਰਾ ਧੀਰਜ ਸੁਨਿਆਰ। ਜਤ ਪਹਾਰਾ ਧੀਰਜ ਸੁਨਿਆਰ। ਐਰਣ ਮਤ ਵੇਦ ਹਥਿਆਰ। ਐਰਣ ਮਤ ਵੇਦ ਪਉ ਖੱਲਾ ਅਗਨ ਤਪ ਤਾਉ। ਪਾਂਡਾ ਪਾਉ ਅੰਮ੍ਰਿਤ
ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਨਾਨਕ ਨਦਰੀ ਨਦਰ ਨਿਹਾਲ। ਜਤ ਪਹਾਰਾ ਧੀਰਜ ਸੁਨਿਆਰ। ਧੀਰਜ ਕਹਿੰਦੇ ਨੇ ਸਹਿਜੇ ਹੀ। ਜਦੋਂ ਸਾਡੀ ਅਵਸਥਾ ਵੈਸੀ ਬਣ ਜਾਂਦੀ ਹੈ, ਸਹਿਜ ਦੀ ਅਵਸਥਾ। ਹੁਣ ਕੂੜ ਤੋਂ ਸਾਰਾ ਛੁੱਟ ਚੁੱਕਾ ਹੈ, ਹੁਣ ਉਹਦੇ ਨਵੇਂ ਅੰਗ ਘੜੇ ਜਾ ਰਹੇ ਨੇ। ਕਿਹੜੀ ਫੈਕਟਰੀ ਵਿੱਚ ਘੜੇ ਜਾਂਦੇ ਨੇ? ਜਿਸ ਫੈਕਟਰੀ ਵਿੱਚ ਜਤ ਪਹਾਰਾ ਸਤਿਗੁਰ ਦੀ ਮੱਤ ਦੇ ਨਾਲ ਕੰਟਰੋਲ ਕਰਨ ਵਾਲੀ ਬੈਂਚ ਵਾਈਸ। ਬੈਂਚ ਵਾਈਸ ਹੁੰਦਾ ਹੈ ਜਦੋਂ ਟੇਬਲ ਉੱਤੇ ਇੱਕ ਬੰਦਾ ਕੋਈ ਕੰਮ ਕਰਨ ਲੱਗਦਾ ਹੈ ਔਰ ਉਹ ਮਿਸਤਰੀ ਆਪਣੀ ਜਿਸ ਆਈਟਮ ਨੂੰ ਪਕੜ ਕੇ ਰੱਖਣ ਦੀ ਜਿਹੜੀ ਉੱਥੇ ਕੁੰਡੀ ਹੁੰਦੀ ਹੈ ਨਾ, ਜਿਹਦੇ ਸ਼ਿਕੰਜੇ ਵਿੱਚ ਉਸ ਨੂੰ ਕੱਸ ਕੇ ਰੱਖਦਾ ਹੈ, ਉਹਨੂੰ ਪਹਾਰਾ ਕਹਿੰਦੇ ਨੇ। ਪਹਾਰਾ ਬਣਿਆ ਪ੍ਰਹਾਰ ਤੋਂ। ਪ੍ਰਹਾਰ ਹੁੰਦਾ ਹੈ ਅਟੈਕ ਕਰਨਾ। ਅਟੈਕ ਕਰਨ ਤੋਂ ਪਹਿਲਾਂ ਉਹ ਚੋਟ ਪੈਣ ਸਾਰ ਆਪਣੀ ਜਗ੍ਹਾ ਤੋਂ ਹਿੱਲ ਨਾ ਜਾਏ, ਉਹਨੂੰ ਇੱਕ ਜਗ੍ਹਾ ਰੋਕ ਕੇ ਰੱਖਦੇ ਨੇ। ਮਨ ਨੂੰ ਅਤੇ ਇਹਨਾਂ ਸਾਰਿਆਂ ਨੂੰ ਸਾਫ਼ ਮਨ ਇਸ ਪੌੜੀ ਵਿੱਚ ਸਤਿਗੁਰ ਦੀ ਮੱਤ ਲੈ ਕੇ ਸੁਨਿਆਰਾ ਬਣਦਾ ਹੈ। ਅਸੀਂ ਬਾਣੀ ਰਾਹੀਂ ਸਮਝਿਆ ਕਿ ਰੱਬ ਜੀ ਸੁਨਿਆਰਾ ਹੁੰਦੇ ਨੇ, ਉਹ ਸਭ ਦੀ ਕਾੜਤ ਕਰਦੇ ਨੇ। ਫਿਰ ਬਾਣੀ 'ਚੋਂ ਅਸੀਂ ਸਿੱਖਿਆ ਹੈ ਕਿ ਸਤਿਗੁਰ ਜੀ ਸੁਨਿਆਰਾ ਬਣਦੇ ਨੇ, ਸਾਨੂੰ ਸਭ ਨੂੰ ਕੱਢਦੇ ਨੇ। ਅਤੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਏ ਸਮਾਨਾ। ਜਦੋਂ ਰੱਬ ਜੀ ਦੇ ਨਾਲ ਸੱਚਖੰਡ ਦੇ ਅੰਦਰ ਜਾ ਕੇ ਕੀ ਹੁੰਦਾ ਹੈ, ਤਾਂ ਉਹ ਕੂੜ ਛੱਡ ਚੁੱਕਾ ਹੋਇਆ ਮਨ ਸੁਨਿਆਰਾ ਬਣਦਾ ਹੈ, ਉਹ ਘੁਮਿਆਰ ਬਣਦਾ ਹੈ, ਉਹ ਆਪਣੇ ਅੰਗ ਕੱਢਦਾ ਹੈ। ਅੰਗ ਕੱਢਣ ਵਾਸਤੇ ਉਹਨੂੰ ਅਕਲ ਜੁਗਤ ਕਿੱਥੋਂ ਮਿਲੀ ਹੈ? ਸਤਿਗੁਰ ਕੋਲੋਂ। ਸਤਿਗੁਰ ਔਰ ਰੱਬ ਗੁਰਬਾਣੀ ਵਿੱਚ ਇੱਕੋ ਨੂੰ ਕਹਿੰਦੇ ਨੇ। ਗੁਰ ਪਰਮੇਸ਼ਰ ਏਕੋ ਜਾਨ। ਸੁਨਿਆਰਾ ਬਣਦਾ ਅਤੇ ਬਣ ਕੇ ਪਹਾਰਾ ਆਪਣੇ ਮਨ ਨੂੰ ਸ਼ਿਕੰਜੇ ਵਿੱਚ ਲਿਆਂਦਾ। ਜਤ ਜੁਗਤੀ ਨਾਲ ਇਸ ਮਨ ਨੂੰ ਕੱਢਦਾ। ਜਤ ਪਹਾਰਾ ਧੀਰਜ ਸੁਨਿਆਰ, ਬੜੇ ਧੀਰਜ ਨਾਲ ਆਪਣੇ ਮਨ ਨੂੰ ਕੁੱਟ-ਕੁੱਟ ਮਨ ਕਸਵਿੱਟੀ ਲਾਵੇ। ਇੱਥੇ ਆ ਕੇ ਉਹਨੂੰ ਸਪਰੈਸ ਕੁਛ ਨਹੀਂ ਕਰਨਾ ਪੈਂਦਾ। ਕਿਉਂ ਨਹੀਂ ਕਰਨਾ ਪੈਂਦਾ? ਪਹਿਲਾਂ ਉਹ ਕੂੜ ਉਤਾਰ ਰਿਹਾ ਸੀ ਔਰ ਉਹਨੂੰ ਸਮਝ ਆ ਰਿਹਾ ਸੀ, ਜਦੋਂ ਕਾਮ ਕ੍ਰੋਧ ਲੋਭ ਅਹੰਕਾਰ ਜਾਂ ਆਸ਼ਾ ਤ੍ਰਿਸ਼ਨਾ ਕੋਈ ਚੀਜ਼ ਸਤਾਏ, ਜੰਮ ਬੁੱਧੀ ਸਤਾਏ, ਕਿਸੇ ਦਾ ਕੁਝ ਭੈੜ ਕਰਨ ਦਾ ਖਿਆਲ ਆਏ, ਇਹਨੂੰ ਸਪਰੈਸ ਕਰੋ, ਇਹਨੂੰ ਦਬਾਓ, ਇਹ ਚੰਗਾ ਨਹੀਂ ਹੈ, ਤੇਰੇ ਮਨ ਉੱਤੇ ਮੈਲ ਕੂੜ ਲੱਗ ਜਾਏਗੀ। ਲੇਕਿਨ ਹੁਣ ਉਸ ਦੀ ਕੂੜ ਉਤਰ ਚੁੱਕੀ ਹੋਈ ਹੈ, ਉਹਨੂੰ ਭੈੜਾ ਫੁਰਨਾ ਫੁਰਦਾ ਹੀ ਨਹੀਂ। ਜੇ ਭੈੜਾ ਫੁਰਨਾ ਹੀ ਨਹੀਂ ਫੁਰਦਾ ਤਾਂ ਉਹਨੂੰ ਸਪਰੈਸ ਕਰਨਾ ਹੀ ਨਹੀਂ ਪੈਂਦਾ। ਇਹਨੂੰ ਸਹਿਜ ਕਹਿੰਦੇ ਨੇ, ਇਹਨੂੰ ਧੀਰਜ ਕਹਿੰਦੇ ਨੇ। ਜਦ ਪਹਾਰਾ ਧੀਰਜ ਸੁਨਿਆਰ, ਉਹ ਬੜੀ ਪੇਸ਼ੈਂਸ ਦੇ ਨਾਲ, ਧੀਰਜ ਦੇ ਨਾਲ ਸਹਿਜੇ ਹੀ ਇਸ ਪੌੜੀ ਵਿੱਚ ਆਇਆ। ਅੱਗੇ ਐਰਣ ਮਤ ਵੇਦ ਹਥਿਆਰ। ਐਰਣ ਹੁੰਦਾ ਉਹ ਬੇਸ ਜਿਹਦੇ ਉੱਤੇ ਚੀਜ਼ ਨੂੰ ਰੱਖਦੇ ਨੇ, ਜਿਹਨੂੰ ਕੱਢਣਾ ਹੈ। ਐਰਣ ਮਤ, ਮਤ ਨੂੰ ਚੋਟ ਮਾਰਨੀ ਹੈ। ਕਿਹਦੀ ਮਾਰਨੀ ਹੈ? ਵੇਦ ਦੀ। ਵੇਦ ਕੀ ਹੁੰਦਾ ਹੈ? ਅੰਦਰ ਦੀ ਗੱਲ। ਅੰਦਰ ਦੀ ਗੱਲ ਨੂੰ ਅਸੀਂ ਕਹਿੰਦੇ ਹਾਂ ਗੁਰਮੁਖ ਨਾਦੰ, ਗੁਰਮੁਖ ਵੇਦੰ। ਅੰਦਰ ਸਤਿਗੁਰ ਜੀ ਰਹਿੰਦੇ ਨੇ, ਰੱਬ ਜੀ ਰਹਿੰਦੇ ਨੇ। ਰੱਬ ਜੀ ਦੀ ਗੱਲ ਨੂੰ ਵੇਦ ਕਹਿੰਦੇ ਨੇ ਅਤੇ ਇਸ ਵੇਦ ਦੀ ਚੋਟ ਮਾਰਨੀ। ਕੁੱਟ-ਕੁੱਟ ਮਨ ਕਸਵੱਟੀ ਲਾਵੇ, ਉਹ ਆਪਣਾ ਸਭ ਕੁਝ ਦ੍ਰਿੜ ਕਰਦਾ। ਸਚਿਆਰ ਬਣਨ ਵਾਲਾ ਮਨ ਸਤਿਗੁਰ ਦੀ ਮੱਤ ਦਾ ਪਹਾਰਾ ਰਾਹੀਂ ਕਾਬੂ ਕਰਕੇ ਸਹਿਜੇ ਹੀ ਟਿਕ ਜਾਣ ਦੀ ਜਤ ਪ੍ਰਾਪਤ ਕਰਦਾ। ਸ਼ਿਕੰਜਾ ਸਤਿਗੁਰ ਦੀ ਮੱਤ ਨਾਲ ਪਕੜ ਕੇ ਵਿਕਾਰਾਂ ਨਾਲ ਮਨ ਕੀ ਮੱਤ ਨੂੰ ਵਰਜਦਾ ਅਤੇ ਸਿੱਟੇ ਵਜੋਂ ਸਤਿਗੁਰ ਦੀ ਮੱਤ ਅਧੀਨ ਕਾਬੂ ਵਿੱਚ ਆਪਣੇ ਆਪ ਨੂੰ ਕੱਢਦਾ ਹੈ। ਜਤ ਸੁਨਿਆਰਾ ਸਤਿਗੁਰ ਦੀ ਮੱਤ ਹੀ ਹੈ ਜਿਸ ਰਾਹੀਂ ਵਿਰਲੇ ਮਨ ਦੀ ਅੰਤਮ ਸੁਰਤ ਮਤ ਮਨ ਬੁੱਧ ਦੀ ਕਾੜਤ ਹੁੰਦੀ ਹੈ। ਕੂੜ ਪੂਰੀ ਉਤਰ ਚੁੱਕੀ ਹੋਈ ਹੈ। ਹੁਣ ਇਹਦਾ ਗਹਿਣਾ ਘੜਿਆ ਜਾ ਰਿਹਾ ਹੈ। ਗਹਿਣਾ ਘੜਿਆ ਜਾਂਦਾ ਹੈ ਸੁਨਿਆਰੇ ਦੀ ਫੈਕਟਰੀ ਵਿੱਚ। ਘੜਨ ਵਾਲਾ ਹੁੰਦਾ ਹੈ ਸਿਆਣਾ ਸੁਨਿਆਰਾ। ਇੱਥੇ ਹੈ ਸਿਆਣਾ ਸਤਿਗੁਰ ਜੀ। ਸਤਿਗੁਰ ਦੀ ਮੱਤ ਲੈ ਕੇ ਹਰ ਜਨ ਐਸਾ ਚਾਹੀਏ ਜੈਸਾ
ਹਰਿ ਹੀ ਹੋਏ। ਸਤਿਗੁਰ ਦੀ ਮੱਤ ਲੈ ਕੇ ਇਹ ਆਪਣੇ ਅੰਗਾਂ ਨੂੰ ਕੱਢਦਾ ਹੈ, ਆਪਣੇ ਅੰਗਾਂ ਨੂੰ ਔਰਨਾਮੈਂਟਸ ਪਾਉਂਦਾ ਹੈ, ਆਪਣੇ ਅੰਗਾਂ ਦਾ ਸ਼ਿੰਗਾਰ ਕਰਦਾ ਹੈ, ਸਦੀਵੀ ਸ਼ਿੰਗਾਰ ਕਰਦਾ ਹੈ। ਉਹਨੂੰ ਸੱਚ ਦਾ ਵੇਸ ਕਹਿੰਦੇ ਨੇ, ਅੰਦਰ ਦਾ ਸ਼ਿੰਗਾਰ ਕਹਿੰਦੇ ਨੇ, ਇਨਰ ਬਿਊਟੀ ਕਹਿੰਦੇ ਨੇ। ਜਿਨ੍ਹਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਉਹ ਆਪਣੇ ਧੀਆਂ ਪੁੱਤਰਾਂ ਨੂੰ ਵਿਆਹ ਸ਼ਾਦੀ 'ਤੇ ਸਾਜ਼ੋ ਸਮਾਨ ਦੇਣ ਦੀ ਬਜਾਏ ਕੀ ਕਰਦੇ ਨੇ? ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸੰਵਰੈ ਮੇਰਾ ਕਾਜੋ। ਉਹਨਾਂ ਨੂੰ ਪਤੀ ਪਤਨੀ ਨਾਲ, ਸੱਸ ਸਹੁਰਾ ਨਾਲ, ਟੱਬਰ ਨਾਲ ਡੀਲ ਕਰਨ ਦੇ ਅੰਦਰ ਦੇ ਗੁਣ ਸਮਝ ਆ ਜਾਂਦੇ ਨੇ। ਅੰਦਰ ਦਾ ਕੱਪੜੋ, ਅੰਦਰ ਦੀ ਸ਼ੋਭਾ ਸਮਝ ਆ ਜਾਂਦੀ ਹੈ। ਸਾਡੇ ਬੱਚਿਆਂ ਕੋਲ ਦਾਜ ਵੇਲੇ ਦੁਨੀਆ ਭਰ ਦਾ ਅਸੀਂ ਸਭ ਕੁਝ ਦਿੰਦੇ ਹਾਂ, ਪਰ ਉਹਨਾਂ ਨੂੰ ਆਪਣੇ ਸਪਾਊਸ ਨਾਲ ਡੀਲ ਕਰਨਾ ਨਹੀਂ ਆਉਂਦਾ। ਨਮਰਤਾ, ਮਿਠਾਸ, ਹਲੀਮੀ ਨਹੀਂ ਆਉਂਦੀ ਕਿ ਸੱਸ ਸਹੁਰਾ ਨਾਲ ਕਿਵੇਂ ਡੀਲ ਕਰੀਦਾ, ਦੇਰ ਦਰਾਣੀ ਨਾਲ, ਘਰ ਦੇ ਹੋਰ ਬੱਚਿਆਂ ਨਾਲ ਕਿਵੇਂ ਡੀਲ ਕਰੀਦਾ। ਇਹ ਜਦੋਂ ਅੰਦਰ ਦੀ ਗੱਲ ਸ਼ੁਰੂ ਹੁੰਦੀ ਹੈ, ਉਹਦੇ ਵਾਸਤੇ ਕੂੜ ਪੂਰੀ ਉਤਾਰਨੀ ਪੈਂਦੀ ਹੈ। ਕੂੜ ਉਹਦੀ ਉਤਰ ਗਈ ਔਰ ਉਹ ਜਤ ਭਾਰਾ ਧੀਰ ਸੁਨਿਆਰ ਐਰਨ ਮੱਤ ਵੇਦ ਦਾ ਹਥਿਆਰ ਮਾਰਦਾ। ਔਗੁਣਾਂ ਨੂੰ, ਖੋਟ ਨੂੰ ਹਟਾਉਣ ਤੋਂ ਬਾਅਦ ਹੁਣ ਜਿਹੜਾ ਕਹਿੰਦੇ ਨਾ ਲੋਹਾ ਗਰਮ ਹੈ, ਅਬ ਚੋਟ ਮਾਰੋ। ਗਰਮ ਲੋਹੇ 'ਤੇ ਚੋਟ ਮਾਰਨ ਨਾਲ ਕੀ ਹੁੰਦਾ? ਉਹ ਸ਼ੇਪ ਲੈ ਲੈਂਦਾ। ਮਨ ਬਿਲਕੁਲ ਸਾਫ਼ ਹੈ, ਕੂੜ ਉਤਰ ਚੁੱਕੀ ਹੋਈ ਹੈ, ਔਰ ਉਤਰੀ ਹੋਈ ਕੂੜ ਤੋਂ ਬਾਅਦ ਇਹ ਮਨ ਸ਼ੇਪ ਲੈ ਰਿਹਾ ਹੈ। ਵੇਦ ਦਾ ਇਹਦੇ 'ਤੇ ਹਥਿਆਰ। ਭਾਓ ਖੱਲਾ ਅਗਨ ਤਪਤਾਓ। ਅਸੀਂ ਸਾਰੇ ਜਾਣਦੇ ਹਾਂ, ਸਾਡੇ ਘਰਾਂ ਦੀ ਗਲੀ ਵਿੱਚ ਬਚਪਨ 'ਚ ਅਸੀਂ ਦੇਖਦੇ ਸੀ, ਉਹ ਭੱਠੀ ਵਾਲਾ ਆਉਂਦਾ ਸੀ ਜਿਹੜਾ ਭਾਂਡੇ ਕਲਈ ਕਰਦਾ ਸੀ, ਉਹਦੀ ਮਸ਼ੀਨ ਨੂੰ ਚਲਾਉਂਦਾ ਸੀ ਅਤੇ ਹਵਾ ਦਿੰਦਾ ਸੀ। ਸਾਡੇ ਜੋ ਕਈ ਲੋਕ ਸੁਨਿਆਰਿਆਂ ਕੋਲ ਵੀ ਗਏ ਹੋਏ ਨੇ, ਉਹਨਾਂ ਸਭ ਨੇ ਦੇਖਿਆ। ਉਹਨੂੰ ਅਗਨ ਦੇ ਕੇ ਉਹਦੇ ਵਿੱਚੋਂ ਕੂੜ ਉਤਾਰ ਕੇ ਉਸ ਨੂੰ ਪਿਘਲਾਉਂਦੇ ਨੇ ਤਾਂ ਕਿ ਇਹਨੂੰ ਜਿਹੜੀ ਸ਼ੇਪ ਦੇਣੀ ਹੈ ਉਹ ਸ਼ੇਪ ਦਿੱਤੀ ਜਾ ਸਕੇ। ਸਾਡੇ ਘਰਾਂ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਸ਼ੇਪ ਨਹੀਂ ਦਿੰਦੇ ਹਾਂ, ਉਹ ਬੌਨਜ਼ਾਈ ਟਰੀਜ਼ ਬਣ ਜਾਂਦੇ। ਜਾਪਾਨੀਆਂ ਨੇ ਇਹਦੇ 'ਤੇ ਖੋਜ ਕੀਤੀ ਕਿ ਪੇੜ ਨੂੰ ਆਸ-ਪਾਸ ਤੋਂ ਕੱਟੀ ਜਾਓ, ਉੱਪਰੋਂ ਕੱਟੀ ਜਾਓ, ਪੇੜ ਨੂੰ ਸਾਰੀ ਖੁਰਾਕ ਦੇਈ ਜਾਓ, ਪਰ ਪੇੜ ਮਸਾਂ 4 ਜਾਂ 6 ਇੰਚ ਉੱਚਾ ਹੁੰਦਾ ਹੈ। ਨਾ ਉਹਦੇ ਪੱਤੇ ਕੰਮ ਆਉਂਦੇ ਨੇ, ਨਾ ਫੁੱਲ ਕੰਮ ਆਉਂਦੇ ਨੇ, ਨਾ ਟਾਹਣੀਆਂ ਕੰਮ ਆਉਂਦੀਆਂ। ਸਾਡੇ ਬੱਚੇ ਇੰਝ ਹੀ ਬਣ ਜਾਂਦੇ ਨੇ, ਬੌਨਜ਼ਾਈ ਟਰੀਜ਼ ਬਣ ਜਾਂਦੇ ਨੇ। ਅਸੀਂ ਉਹਨੂੰ ਦੁੱਧ ਛੁਆਰੇ ਖਵਾ ਕੇ, ਚਾਕਲੇਟ ਖਵਾ ਕੇ, ਮੰਜੇ 'ਤੇ ਬਿਠਾ ਕੇ, ਨੌਕਰ ਦੇ ਰਾਹੀਂ ਦੁੱਧ ਪਿਲਾ ਕੇ ਸਾਰੇ ਕੰਮ ਕਰਦੇ ਹਾਂ, ਪਰ ਜਦੋਂ ਅਸੀਂ ਉਹਨੂੰ ਅਕਲ ਨਹੀਂ ਦਿੰਦੇ, ਅੰਦਰ ਦਾ ਗੁਣ ਨਹੀਂ ਦਿੰਦੇ, ਉਹਦੀ ਕਾੜਤ ਨਹੀਂ ਕਰਦੇ, ਉਹ ਵੱਡਾ ਹੋ ਕੇ ਆਪ ਜ਼ਹਿਮਤ ਬਣ ਜਾਂਦਾ ਹੈ, ਇਸ ਦੁਨੀਆ ਵਾਸਤੇ ਵੀ ਜ਼ਹਿਮਤ ਬਣ ਜਾਂਦਾ ਹੈ। ਉਹ ਆਪਣੇ ਇੰਦਰੀਆਂ ਗਿਆਨ ਇੰਦਰੀਆਂ ਨੂੰ ਘੜਨਾ ਨਹੀਂ ਜਾਣਦਾ। ਉਹ ਜਿੱਥੇ ਜਾਂਦਾ ਆਪਣੇ ਪੈਸੇ ਦੇ ਜ਼ੋਰ ਦੇ ਨਾਲ ਗੱਲ ਕਰਦਾ ਹੈ, ਆਪਣੀ ਲਗਜ਼ਰੀ ਦੇ ਜ਼ੋਰ ਨਾਲ ਗੱਲ ਕਰਦਾ ਹੈ, ਉਹ ਆਪਣੀ ਪਾਵਰ ਦੇ ਜ਼ੋਰ ਨਾਲ ਗੱਲ ਕਰਦਾ ਹੈ। ਪਰ ਇੱਥੇ ਕਹਿੰਦੇ ਨੇ ਭਾਓ ਖੱਲਾ। ਹੁਣ ਇਸ ਨੂੰ ਤਾਪ ਦਿੱਤਾ ਗਿਆ ਹੈ। ਤਾਪ ਕੀ ਦਿੱਤਾ ਗਿਆ? ਸਤਿਗੁਰ ਦੀ ਮੱਤ ਦਾ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ। ਮਾਂ ਦੇ ਪੇਟ ਅੰਦਰ ਅਗਨ ਸੀ, ਹੁਣ ਇਹਦੇ ਚਾਰੋਂ ਪਾਸਿਆਂ ਨੂੰ ਦੱਸਿਆ, ਤੈਨੂੰ ਭੈੜੇ ਵੀ ਮਿਲਣਗੇ, ਤੈਨੂੰ ਗਾਲਾਂ ਕੱਢਣ ਵਾਲੇ ਵੀ ਮਿਲਣਗੇ, ਤੈਨੂੰ ਝੂਠ ਬੋਲਣ ਵਾਲੇ ਵੀ ਮਿਲਣਗੇ, ਤੈਨੂੰ ਹਿੰਦੂ ਮੁਸਲਮਾਨ ਸਿੱਖ ਈਸਾਈ ਵੀ ਮਿਲਣਗੇ, ਤੈਨੂੰ ਉੱਚੀ ਨੀਵੀਂ ਜ਼ਾਤ ਵਾਲੇ ਵੀ ਮਿਲਣਗੇ। ਕਿਸੇ ਨੇ ਕਮਾਇਆ ਵੀ ਨਹੀਂ ਹੋਏਗਾ, ਉਹ ਤੇਰੇ ਸਾਹਮਣੇ ਆ ਜਾਏਗਾ। ਕੋਈ ਕਿਸੇ ਨੂੰ ਲੁੱਟ ਰਿਹਾ ਹੋਏਗਾ, ਕੋਈ ਕੁਛ ਹੋਏਗਾ। ਇਸ ਸਾਰੀ ਡਾਈਵਰਸਿਟੀ ਵਿੱਚ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਬਾਹਰ ਮਾਇਆ ਜਿਹੜੀ ਦੱਸ ਰਹੇ ਨੇ ਨਾ, ਇਹ ਭੈੜੀ ਨਹੀਂ ਹੈ। ਇਹ ਤੈਨੂੰ ਸਿਖਾ ਰਹੀ ਹੈ ਕਿ ਲੋਕਾਂ ਨਾਲ ਐਡਜਸਟ ਕਰਕੇ ਜਿਵੇਂ ਕਿਵੇਂ ਭਾਖਿਆ ਪਾਓ ਅਪਾਰ ਦੀ ਬੋਲੀ ਬੋਲ ਕੇ ਸਾਰਿਆਂ ਦੇ ਵਿੱਚ ਰਹੀਦਾ ਹੈ। ਕਿਸ ਤਰ੍ਹਾਂ ਕੰਪਲੈਕਸ ਵਿੱਚ ਨਹੀਂ ਰਹੀਦਾ, ਨਾ ਇਨਫੀਰੀਟੀ ਨਾ ਸੁਪੀਰੀਟੀ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭੱਲਾ ਪਾਇਆ। ਇੱਕ ਬਾਹਰਲੇ ਸਰੀਰ ਦਾ ਪਰਿਵਾਰ ਹੁੰਦਾ ਹੈ, ਇੱਕ ਪਰਿਵਾਰ ਹੁੰਦਾ ਹੈ ਅੰਦਰ ਦੇ ਚੰਗੇ ਚੰਗੇ ਗੁਣਾਂ ਦਾ ਪਰਿਵਾਰ ਪ੍ਰਾਪਤ ਕਰਦਾ। ਭਾਉ ਖੱਲਾ ਅਗਨ ਤਪਤਾਓ। ਉਹਨੂੰ ਇਸ ਅਗਨੀ ਵਿੱਚ ਫਿਕਸਅਪ ਕੀਤਾ ਜਾਂਦਾ। ਭਾਂਡਾ ਪਾਓ ਅੰਮ੍ਰਿਤ ਚਾਲ। ਉਹ ਆਪਣੇ ਮਨ ਦਾ ਭਾਂਡਾ ਭਾਓ ਦਾ, ਪਿਆਰ ਦਾ ਬਣਾਉਂਦਾ ਹੈ। ਸਾਧ ਸੰਗਤ ਜੀ, ਬੜੇ ਲੋਕੀ ਮੈਨੂੰ ਪੁੱਛਦੇ ਨੇ ਟੌਂਟਿੰਗ ਵੇ ਨਾਲ ਕੁਐਸਚਨ, ਨਾ ਭੁਪਿੰਦਰ ਸਿੰਘ ਜੀ ਤੁਸੀਂ ਇਹ ਕਹਿੰਦੇ ਹੋ, ਇਹ ਗੱਲ ਫਿਰ ਇਹ ਕਿਸ ਤਰ੍ਹਾਂ ਹੋ ਗਈ, ਨਾ ਇਹ ਕਿੱਦਾਂ ਹੋ ਗਿਆ, ਬੜਾ ਬੋਲਦਾ ਤੂੰ, ਨਾ ਫਲਾਣੀ ਗੱਲ। ਉੱਥੋਂ ਇੰਝ ਸਮਝ ਆਉਂਦਾ ਇਹ ਮੈਨੂੰ ਪੁੱਛ ਨਹੀਂ ਰਹੇ ਨੇ, ਇਹਨਾਂ ਕੋਲ ਆਨਸਰ ਆਲਰੇਡੀ ਹੈ।
ये मैनू पुछण दे बदले मैनू समझा रहे ने, मनु सीधे राह पा रहे ने, मनु पढ़ाना है ने, तो मैं पढ़ना चाहता हाँ। मनु ओवर कॉन्फिडेंस नहीं है कि मैनू सब कुछ पता है। अपना भांडा इंज बनाइए कि मैं सब जगह तो सीखना चाहता एंड आई रियली वॉन्ट टू मेक इट। मैं अपने मन का भांडा बनाना चाहता। जिस दे मन का भांडा भाव का होएगा ना, प्यार का होएगा, वो सब जगह तो सीखना चाहेगा। वो मूर्ख कोलों भी सीख लेगा। वो जिथे जाएगा सीखण की वादी विच जाएगा, सिखाण की वादी च नहीं जाएगा, टॉन्ट करन की वादी च नहीं जाएगा, ब्लेम लगाण की वादी च नहीं जाएगा। उन्होंने की कहते ने, गुणा कहो वै वासला ਕੱਢ ਵਾਸ ਲਈ ਜੈ। ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ। ਗੁਣਾ ਕਾ ਹੋਵੈ ਵਾਸਲਾ। जिथों गुण मिले लै लईए। मैं एक राइटर पढ़ रहा सी, बड़ी नाजुकता नाल, बड़े इमोशनस दे नाल, बड़ी जज्बातां दे नाल, कोमल मन दे तीरां दे नाल लोकां नूं फरोल के वेखो ते जेड़ा जेड़ा उन्हां दा अवगुण है वो ना करो। भांडा पाओ, प्यार का भांडा बनाया, अमृत ती ढाल, ते जिथों चंगा गुण मिले उन्होंने अपने भांडे च पा लै। डोंट डिले इट एंड भाव का भांडा बना। जिस नूं नूं ओवर कॉन्फिडेंस आ जाता मैं ज़्यादा पढ़ी हुई, उस सस कोलों सीख नहीं सकती। पर जिस सस नूं ख्याल आ जाए मेरी 75-80 साल उम्र हो गई है, मेरे वाल चिट्टे हो गए ने, मैं भी थोड़ा ना जानती हाँ सब कुछ, तो वह नूह कोलों भी कोई चंगा गुण नहीं सीख सकती। पर सियाणे अपने दोतरियां पोतरियां कोलों भी चंगा गुण सीख लेंदे ने। अपनी जमादारनी कोलों भी चंगा गुण, भांडे मांजन वाले कोलों भी चंगा गुण सीख सकते हैं। एक गल वखरी है, भांडा भाव का बनिया होवे, उहदे विच अमृत ढालण का शौक होवे। जदों सचखंड की अवस्था तो वह मन अपने आप नूं घड़न की अवस्था विच आया वे, उहदे सामने रब जी खड़े ने, रब जी सच का अमृत देई जा रहे हैं और ये अमर अवस्था प्राप्त करने वास्ते अपना अमृत ढाल रहे अपने भांडे विच। एक बूंद गुर अमृत दीनो तो अटल अमर न मुआ। यदी दुर्लभ देह बन रही है जिहड़ी कदे नहीं मरेगी, क्योंकि रब जी मरदे नहीं ने, रब जी अजूनी ने, अकाल मूरत ने। ये भी अपना भांडे विच अमृत पाई जाता है। अमृत होंदा है, मृत होंदा है मरना, अमृत होंदा है ना मरना। ਜਿਹੜੀਆਂ ਗੱਲਾਂ ਦੇ ਨਾਲ ਆਤਮਿਕ ਮੌਤ ਹੁੰਦੀ ਆ ਉਹ ਆਪਣੇ ਭਾਂਡੇ ਵਿੱਚ ਨਹੀਂ ਪਾਉਂਦਾ। ਜਿਹੜੀਆਂ ਚੰਗੀਆਂ ਗੱਲਾਂ ਜਿੱਥੋਂ ਮਿਲਦੀਆਂ ਉਹਨਾਂ ਨੂੰ ਆਪਣੇ ਭਾਂਡੇ ਵਿੱਚ ਪਾਈ ਜਾਂਦਾ ਹੈ। ਇਹਨੂੰ ਕਹਿੰਦੇ ਨੇ ਅੰਮ੍ਰਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ। ਸ਼ਬਦ ਦੇ ਦੱਦੇ ਨੂੰ ਔਂਕੜ ਹੈ। ਟਕਸਾਲ ਵਿੱਚ ਸ਼ਬਦ ਨਹੀਂ ਘੜੇ ਜਾਂਦੇ, ਟਕਸਾਲ ਵਿੱਚ ਮਨੁੱਖ ਘੜਿਆ ਜਾਂਦਾ ਹੈ। ਟਕਸਾਲ ਵਿੱਚ ਸੁਰਤ ਮਤ ਬੁੱਧ ਘੜੀ ਜਾਂਦੀ ਹੈ। ਸ਼ਬਦ ਦੇ ਅਰਥ ਹਨ ਉਹਦੀ ਬੋਲ ਬਾਣੀ, ਉਹਦੀ ਜ਼ਬਾਨ ਘੜੀ ਜਾਂਦੀ ਹੈ। ਉਹ ਫਿਰ ਬਿਲਕੁਲ ਕਦੇ ਵੀ ਆਪਣੀ ਜ਼ਬਾਨ ਨਾਲ ਭੈੜੇ ਬੋਲ ਕੋੜੇ ਬੋਲ ਬੋਲਦਾ ਹੀ ਨਹੀਂ ਹੈ, ਕਿਉਂਕਿ ਉਹਨੂੰ ਫੁਰਨੇ ਵਿੱਚ ਵੀ ਨਹੀਂ ਉੱਠਦੇ ਨੇ। ਸਾਨੂੰ ਜਦੋਂ ਕਦੇ ਵੀ ਗਾਲ ਕੱਢਣ ਦਾ ਖਿਆਲ ਆ ਜਾਏ, ਮਾਨੋ ਮੇਰਾ ਮਨ ਕੂੜਾ ਹੈ, ਕੂੜ ਕੱਢੀ, ਮਨ ਸਾਫ਼, ਜੀਭ 'ਚੋਂ ਮਿਠਾਸ ਹੀ ਨਿਕਲੇਗੀ। ਜੀਭ 'ਚੋਂ ਮਾफ़ ਕਰਨ ਦੇ ਬੋਲ ਨਿਕਲਣਗੇ, ਜੀਭ 'ਚੋਂ ਹਮਦਰਦੀ ਦੀ ਬੋਲੀ ਨਿਕਲੇਗੀ, ਭਾਖਿਆ ਭਾਵ ਅਪਾਰ ਦੀ ਬੋਲੀ ਨਿਕਲੇਗੀ, ਦੂਜੇ ਦੇ ਭਲਾ ਕਰਨ ਦੀ ਬੋਲੀ ਨਿਕਲੇਗੀ। ਉਹਦਾ ਸ਼ਬਦ ਕੜਿਆ ਜਾਂਦਾ ਹੈ ਕਿੱਥੇ? ਸਤਿਗੁਰ ਦੀ ਚਟਸਾਲ ਦੇ ਅੰਦਰ। ਘੜੀਆ ਸ਼ਬਦ मतलब ਜ਼ਬਾਨ। ਜ਼ਬਾਨ ਇਹ ਵਾਲੀ ਨਹੀਂ, ਮਨ ਦੀ ਜ਼ਬਾਨ, ਅੰਦਰ ਦੀ ਜ਼ਬਾਨ, ਉਹਦੀ ਬੋਲ ਬਾਣੀ ਉਹ ਘੜੀ ਜਾਂਦੀ ਹੈ। ਉਹ ਇਹ ਨਹੀਂ ਦੇਖਦਾ ਵੀ ਇਸ ਵੇਲੇ ਕੋਈ ਕੋਲ ਨਹੀਂ ਬੈਠਾ ਅਤੇ ਮੈਂ ਭੈੜੇ ਬੋਲ ਬੋਲ ਲਵਾਂ। ਉਹਨੂੰ ਫੁਰਨਾ ਹੀ ਨਹੀਂ ਉੱਠਦਾ, ਉਹਨੂੰ ਭੈੜੇ ਬੋਲ ਭੁੱਲ ਜਾਂਦੇ ਨੇ, ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਨੇ ਰੱਬ ਜੀ ਮਿੱਠ ਬੋਲੜਾ ਨੇ, ਮਿੱਠਾ ਬੋਲਦੇ ਨੇ। ਮਿੱਠ ਬੋਲੜਾ ਜੀ ਹਰਸੱਜਣ ਸਵਾਮੀ ਮੋਰਾ ਹੁਣ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌੜਾ। ਇਹ ਕਦੇ ਨਾ ਕੌੜਾ ਬੋਲਣ ਵਾਲੀ ਟਕਸਾਲ 'ਚੋਂ ਇਹਦੀ ਜ਼ਬਾਨ ਘੜੀ ਜਾਂਦੀ ਹੈ। ਮਨ ਦੀ ਜ਼ਬਾਨ ਘੜੀ ਗਈ। ਹੁਣ ਮਨ ਅਤੇ ਇਹ ਵਾਲੀ ਬਾਇਓਲੋਜੀਕਲ ਜ਼ਬਾਨ ਇੱਕਮਿਕ ਹੋ ਗਏ। ਇਹ ਭੰਗ ਸੀ, ਇਹ ਜੁੜ ਗਏ। ਘੜੀਆ ਸ਼ਬਦ ਸੱਚੀ ਟਕਸਾਲ। ਜਿਨ ਕੋ ਨਦਰ
जिनको नदर का मतलब ये नहीं है रब जिन्हां ते नदर करनगे। जिनको नदर हुंदा है जिन्हां ने नदर नूं लिया, जिन्हां ने नदर अकॉर्डिंग अपने आप नूं कीता। ये जदों असीं पौड़ी इहनूं पढ़ांगे, जदों आसा की वार लड़ी वार समझांगे तां नदर करें जे अपनी तां नदरी सतगुर पाया। नदर करें जे अपनी तां नदरी सतगुर पाया। ए जियो बहुत जन्म भ्रमिया तां सतगुर शब्द सुनाया। सतगुर जेवड़ दाता को नहीं, सब सुनियो लोक सबाया। सतगुर मिलिए सच पाया। नदर करें जे अपनी का मतलब है नहीं होंदा रब जी जे नदर करोगे। नदर करें जे अपनी, अपनी मीनस अपनी मत नूं रब जी की नदर के अकॉर्डिंग जदों बनाएगा। तू नहीं बनाई हुई, तू पुट्ठी की हुई है, इनू कहते नदर उपट्ठी जे करे। असी समझते सर रब नदर पुट्ठी करता है। रब नदर पुट्ठी करता ही नहीं है, क्योंकि रब को पुट्ठी नदर है ही नहीं है। रब जी को पुट्ठी नज़र नहीं है, पुट्ठी करता है मेरा मन। जदों मेरा मन नदर पट्ठी करता है उन्होंने कहते नदर उपट्ठी जे करे सुल्ताना मेरा मन घाह करांदा, मेरे को घाह कुतरन वाले सुपरफ्लूअस काम करांदा है। नदर उपट्ठी मेरे मन ने की, पिठ मेरे मन ने की, निंदक मेरा मन बनया। जदों पिठ करो उन्होंने निंदा करना कहलाते ने, जदों पिठ की इनू संत की निंदा कहते। हुण गुरु पातशाह कहते नदर करें जे अपनी, मीनस जे ए मन जदों तू अपनी मत नूं रब जी की नदर दे अकॉर्डिंग करे, नदर करें जे अपनी, ए ब्लेम अपने ते आ जाएगा। असी अपने ते ब्लेम लेना नहीं चाहते, इस करके 11 साल तो एक सेंटेंस बनाया, जदों रब जी नदर करनगे तां। कितने असी हंकारे होए, कितना एस्केपिज्म की साडी आदत। धर्म खंड तू गया, ज्ञान खंड तू लिया, श्रम खंड श्रम तू की है। तू सोचा सी मैं बीमार आ, कूड़ उतारनी है। नदर करें जे अपनी तां नदरी सतगुर पाया। सतगुर की मत लेंदे हाँ, जदों अकॉर्डिंग टू दैट अपनी नदर करदे हाँ तां जीवन बदलता है। जे नहीं किया उन्होंने कहते ने हंकारियां निंदका पिठ दे। रब जी पिठ नहीं करते ने, रब जी चारों पासे ने, रब जी तो रब जी ने, रब जी पिठ नहीं करते ने। मनुख हंकारी पिठ करता है, हंकारियां निंदका पिठ दे। नाम दियो मुख लाया, उस पासे मुख कर लिया, इनू नाम दियो मुख लिया कहते ने। जे सच तो मुख बोल लो उन्होंने पिठ करना कहते ने। फिर असी सोचांगे इन्हां शब्दां दे अर्थ की हैं, फिर नवें सिरों विचारांगे। नदर करें जे अपनी, हुण कहंदे ने जिनको नदर करम तिन कार। जो सतगुर की नदर लैंदे ने, अंदर वसदे रब जी की सचखंड वसे निरंकार की नदर लैंदे ने, करम तिन कार। ਉਹ ਲੋਕੀ ਸੱਚ ਦੀ ਕਾਰ ਕਮਾਉਂਦੇ ਹਨ। ਸੱਚ ਦੀ ਕਾਰ ਉਹ ਕਿਉਂ ਕਮਾਉਣ ਲੱਗ ਪੈਂਦੇ ਹਨ? ਕਿਉਂਕਿ ਉਹਨਾਂ ਦੇ ਅੰਗ ਇਸ ਤਰ੍ਹਾਂ ਘੜ ਦਿੱਤੇ ਗਏ ਹਨ, ਉਹ ਕਢਾਣ ਆਏ ਸਨ, ਇਸ ਕਰਕੇ ਉਹਨਾਂ ਦੀ ਦੁਰਲਭ ਦੇਹ ਬਣ ਗਈ ਹੈ, ਉਹ ਵਾਲੀ ਕਾਰ ਕਮਾਉਣ ਲੱਗ ਪੈਂਦੇ ਹਨ। ਨਾਨਕ ਨਦਰੀ ਨਦਰ ਨਿਹਾਲ। ਜਦੋਂ ਸਤਿਗੁਰ ਦੀ ਨਦਰ ਲੈਂਦੇ ਹਾਂ ਤਾਂ ਉਸ ਨਦਰ ਨੂੰ ਲੈਣ ਨਾਲ ਨਿਹਾਲ ਹੋ ਜਾਈਦਾ ਹੈ। ਨਿਹਾਲ ਦੇ ਮੈਨੇ ਹੁੰਦੇ ਨੇ ਜੋ ਮੈਂ ਮੰਗਿਆ ਸੀ ਉਹ ਮੇਰੀ ਮੰਗ ਪੂਰੀ ਹੋ ਗਈ, ਇਹਨੂੰ ਕਹਿੰਦੇ ਨੇ ਨਿਹਾਲ। ਤੂੰ ਮੇਰੋ ਪਿਆਰੋ ਤੱਕਿਆ ਸੀ ਭੂਖਾ, ਤੂੰ ਮਨ ਵਸਿਆ लगे ना दुखा, हुण मैं निहाल हो गया, हुण मेरी भुख मिट गई है। मैं भुख मिटाने वास्ते जो मंगया सी वो तुसीं मैनूं दे दिता, मैनूं रज आ गया है। और वो रज का मतलब की हुंदा, जे सुख दे तां तुझे राधी, दुख भी तुझे ध्याई। जे भुख दे तां ती राजा, दुख भी सुख बनाई है। निहाल दी अवस्था है, उन्होंने फिर आके मंगना नहीं पेगा। ਉਹਨੂੰ ਆ ਕੇ ਭਾਈ ਸਾਹਿਬ ਦੇ ਹੱਥ 51 ਜਾਂ 31 ਜਾਂ ਲੱਖ ਰੁਪਇਆ ਫੜਾ ਕੇ ਨਹੀਂ ਕਹਿਣਾ ਪਏਗਾ ਮੇਰਾ ਨਾਂ ਬੋਲੋ, ਮੇਰੀ ਕੰਪਨੀ ਦਾ ਨਾਂ ਬੋਲੋ, ਫਿਰ ਮੇਰੀ ਜ਼ਾਤ ਬੋਲੋ, ਫਿਰ ਸਾਰੀ ਦੁਨੀਆ ਨੂੰ ਸੁਣਾਓ। ਅਰਦਾਸ ਵਿੱਚ ਨਹੀਂ ਕਹਿਣਾ ਪਏਗਾ। ਉਹ ਨਿਹਾਲ ਹੋ ਗਿਆ ਹੈ। ਨਾਨਕ
ਨਦਰੀ। ਨਾਨਕ ਪਾਤਸ਼ਾਹ ਕਹਿੰਦੇ ਨੇ ਅਦਵੈਤ ਅਵਸਥਾ ਵਿੱਚ ਸੱਚਖੰਡ ਵਿੱਚ ਜਾ ਕੇ ਸਤਿਗੁਰ ਦੀ ਮੱਤ ਲੈ ਕੇ ਘੜ ਲਵੋ ਤਾਂ ਨਿਹਾਲ ਹੋ ਹੀ ਜਾਈਦਾ ਹੈ। ਨਾਨਕ ਨਦਨੀ ਨਦਰ, ਨਦਰ ਦੇ ਰਾਰੇ ਨੂੰ ਸਿਆਰੀ ਹੈ। ਜਦੋਂ ਅਕੋਰਡਿੰਗ ਟੂ ਉਸ ਤਰ੍ਹਾਂ ਨਦਰੀ ਦੀ ਨਦਰ ਲੈਂਦੇ ਹਾਂ ਤਾਂ ਨਿਹਾਲ ਹੋ ਹੀ ਜਾਈਦਾ ਹੈ। ਨਿਹਾਲ ਹੋ ਗਿਆ ਕਿਉਂਕਿ ਮੈਂ ਪਹਿਲਾ ਸਵਾਲ ਕੀਤਾ ਸੀ ਕਿ ਸਚਿਆਰਾ ਕਿਵੇਂ ਬਣਾ। ਤੁਸੀਂ ਮੈਨੂੰ ਸਚਿਆਰਾ ਤੋਂ ਕੁੜਿਆਰ, ਮੇਰੀ ਕੂੜ ਦੂਰ ਕਰਕੇ ਮੈਨੂੰ ਸਚਿਆਰਾ ਬਣਾਇਆ। ਲੋ ਸਰ, ਮੈਂ ਨਿਹਾਲ ਹੋ ਗਿਆ। ਮੇਰੀ ਮੰਗ ਸੀ, ਤੁਸੀਂ ਮੈਨੂੰ 38 ਪੌੜੀਆਂ ਦੀ ਪੂਰਾ ਸਫ਼ਰ ਕਰਾ ਕੇ ਮੇਰੀ ਕੂੜ ਉਤਾਰ ਦਿੱਤੀ, ਮੈਨੂੰ ਰੱਬ ਜੀ ਦਿਖਾ ਦਿੱਤੇ, ਮੇਰੇ ਅੰਦਰ ਰੱਬ ਜੀ ਵਾਲੇ ਗੁਣ ਪਾ ਦਿੱਤੇ। ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਏ, ਮੈਨੂੰ ਬਣਾ ਦਿੱਤਾ। ਸਤਿਗੁਰ ਕੀ ਜਿਸ ਨੂੰ ਮਤਾਵੇ ਸੋ ਸਤਿਗੁਰ ਮਾਏ ਸਮਾਨਾ। ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਮੇਰੇ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਹੋ ਗਿਆ। ਮੇਰੀ ਜੋਤ ਤੁਹਾਡੀ ਜੋਤ ਨਾਲ ਇਕਮਿਕ ਹੋ ਗਈ, ਮੈਂ ਨਿਹਾਲ ਹੋ ਗਿਆ। ਥੈਂਕ ਯੂ। ਇਹ ਮੰਗ ਮੰਗੀਏ, ਇਸ ਮੰਗ ਨੂੰ ਪੂਰਾ ਕਰਨ ਵਾਸਤੇ ਕਰਨਾ ਪੈਂਦਾ ਹੈ ਹੁਕਮ ਰਜ਼ਾਈ ਚੱਲਣਾ, ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਨਾਮ।